बहुत स्वागत है जी सारिਆਂ ਦਾ। मैं हाँ सुरिंदर डल्ला और मेरे नाल मौजूद ने सीनियर पत्रकार मनप्रीत रंधावा जी। रंधावा जी बहुत बहुत स्वागत है जी। ਧੰਨਵਾਦ ਤੁਹਾਡਾ ਡੱਲਾ ਜੀ। मनप्रीत जी, नवीं तरह की बहस पंजाब दे विच शुरू हो गई। आम आदमी पार्टी ते सवाल भी है ते आम आदमी पार्टी दी जांच दी कार्रवाई भी है। आम आदमी पार्टी कहती पंजाब दे सिर जिहड़ा 3 लाख करोड़ के करीब कर्जा चढ़िया है ਉਹਦੀ ਅਸੀਂ ਜਾਂਚ ਕਰਾਵਾਂਗੇ। ਤੇ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਲਿਆ ਕਿ ਆਮ ਆਦਮੀ ਪਾਰਟੀ ਆਪਣੇ ਐਲਾਨਾਂ ਨੂੰ ਖਾਸ ਤੌਰ ਤੇ ਬਿਜਲੀ ਦਾ ਐਲਾਨ ਹੈ ਜਿਹੜੀ 1 ਜੁਲਾਈ ਤੋਂ 600 ਯੂਨਿਟ ਮੁਫਤ ਹੋਣੇ ਨੇ। ਵਿਰੋਧੀ ਪਾਰਟੀਆਂ ਉਹਦੇ ਚ ਭਾਰਤੀ ਜਨਤਾ ਪਾਰਟੀ ਵੀ ਹੈ, ਕਾਂਗਰਸ ਵੀ ਹੈ, ਅਕਾਲੀ ਦਲ ਵੀ ਹੈ, ਇਹ ਸਾਰੇ ਬਿਆਨ ਦੇ ਰਹੇ ਨੇ। ਔਰ ਇੱਕ ਨਵਾਂ खुलासा किया अज भारतीय जनता पार्टी वालों चंडीगढ़ च प्रेस कॉन्फ्रेंस करके दलजीत चीमा ने भी बयान दिता है। कहते हजे बिजली मुफ्त योजना शुरू नहीं हुई पंजाब च, सिर्फ ऐलान है। पर आम आदमी पार्टी दी सरकार या आम आदमी पार्टी हिमाचल दे, गुजरात दे, दूजे सूबियां दे अखबारां दे विच भी, टैलीविजनां दे विच भी इश्तिहार छाप रही है। ਹੁਣ ਉਹ ਕਹਿੰਦੇ ਇਹ ਜਾਂਚ ਕੀਤੀ ਜਾਵੇ ਜਿਹੜੇ ਦੂਜੇ ਸੂਬਿਆਂ 'ਚ ਇਸ਼ਤਿਹਾਰ ਛਪ ਰਹੇ ਨੇ। ਭਗਵੰਤ ਮਾਨ ਜੀ ਦੀ ਵੀ ਫੋਟੋ ਲੱਗੀ ਆ ਵੀ ਅਸੀਂ ਪੰਜਾਬ 'ਚ ਬਿਜਲੀ ਮਾਫ ਕਰਤੀ, ਇਤਿਹਾਸਕ ਫੈਸਲੇ ਕਰਤੇ। ਉਹ ਕਹਿੰਦੇ ਜਾਂਚ ਕਰੋ ਇਹਦਾ ਪੈਸਾ ਕਿੱਥੋਂ ਲੱਗ ਰਿਹਾ, ਕੀ ਇਹ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਜਾ ਰਿਹਾ ਜਾਂ ਆਮ ਆਦਮੀ ਪਾਰਟੀ ਆਪਣੇ ਪੱਧਰ ਤੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਅਗਰ ਤਾਂ ਆਮ ਆਦਮੀ ਪਾਰਟੀ ਵੱਲੋਂ ਪੈਸਾ ਜਾ ਰਿਹਾ ਕੋਈ ਇਤਰਾਜ਼ ਨਹੀਂ, ਅਗਰ ਪੰਜਾਬ ਦੇ ਸਰਕਾਰੀ ਖਜ਼ਾਨੇ 'ਚੋਂ ਇਸ਼ਤਿਹਾਰਾਂ ਦਾ ਪੈਸਾ ਜਾ ਰਿਹਾ ਹੈ ਤੇ ਫਿਰ ਇਹ ਪੈਸੇ ਦੀ ਦੁਰਵਰਤੋਂ ਹੈ। ਜਦੋਂ ਇਹ ਐਲਾਨ ਲੱਗੇ, ਐਲਾਨ ਆਏ, ਇਲਜ਼ਾਮ ਆਏ ਮਨਪ੍ਰੀਤ ਜੀ, ਤੇ ਭਗਵੰਤ ਮਾਨ ਹੋਣਾ ਦਾ ਵੱਡਾ ਫੈਸਲਾ ਆ ਗਿਆ ਕਿ ਅਸੀਂ 3 ਲੱਖ ਕਰੋੜ ਜਿਹੜੇ ਅੱਜ ਤੱਕ ਕਰਜ਼ੇ ਲਏ ਆ ਉਹਨਾਂ ਦੀ ਜਾਂਚ ਕਰਾਂਗੇ। ਕਿ ਟਿਟ ਫॉर ਟੈਟ ਹੈ, ਅਦਲੇ ਨੂੰ ਬਦਲਾ ਹੈ, ਕਿ ਸਿਆਸਤ ਹੈ, ਕਿਵੇਂ ਵੇਖਦੇ ਹੋ ਇਹਦੇ ਤੇ? ਦੇਖੋ ਡੱਲਾ ਜੀ, ਮੈਨੂੰ ਯਾਦ ਆ ਜਦੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਕਿਉਂਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਹਜੇ ਸਹੁੰ ਚੱਕੀ ਸੀ ਤੇ ਇੱਕੋ ਦਮ ਉਹਨਾਂ ਨੂੰ ਬੁਲਾਵਾ ਆ ਗਿਆ ਕਿ ਆਪਾਂ ਗੁਜਰਾਤ ਦਾ ਦੌਰਾ ਕਰਨਾ। ਗੁਜਰਾਤ ਤੋਂ ਬਾਅਦ ਉਹਨਾਂ ਦਾ ਹਿਮਾਚਲ ਦਾ ਦੌਰਾ ਵੀ ਸੀ ਤੇ ਇਹਨਾਂ ਦੋਨਾਂ ਪ੍ਰਦੇਸ਼ਾਂ ਦੇ ਵਿੱਚ, ਦੋਨਾਂ ਰਾਜਾਂ ਦੇ ਵਿੱਚ ਉੱਥੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਣਾ ਨੇ ਰੋਡ ਸ਼ੋਅ ਵੀ ਕੀਤਾ ਸੀ। ਮੈਂ ਇਹਦੀ ਸ਼ੁਰੂਆਤ ਇਸ ਕਰਕੇ ਕਰ ਰਿਹਾ ਕਿ ਉੱਥੇ ਵੀ ਇੱਕ ਬੜਾ ਵੱਡਾ ਐਲਾਨ ਕੀਤਾ ਗਿਆ ਸੀ, ਦਾਅਵਾ ਕੀਤਾ ਗਿਆ ਸੀ ਔਰ ਦੋਨਾਂ ਸੂਬਿਆਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਦੇਖੋ ਪੰਜਾਬ ਦੀ ਸਰਕਾਰ ਆਈ ਆ ਤੇ ਇਹਨੇ 10 ਦਿਨਾਂ ਦੇ ਅੰਦਰ ਅੰਦਰ ਕਰਪਸ਼ਨ ਖਤਮ ਕਰਤੀ। ਅੱਜ ਵੀ ਸਾਨੂੰ ਪਤਾ 3 ਲੱਖ ਤੋਂ ਵੱਧ ਕੰਪਲੇਂਟਸ ਆ ਗਈਆਂ, ਕਿੰਨੀਆਂ ਕੁ ਹਜੇ ਤੱਕ ਉਸ ਚੋਂ ਹੱਲ ਹੋਈਆਂ ਸਾਨੂੰ ਨਹੀਂ ਪਤਾ, ਲੇਕਿਨ ਉੱਥੇ ਦਾਅਵੇ ਉਹ ਕਰ ਦਿੱਤੇ ਗਏ ਜਿਹੜੇ ਕਿ ਸਾਨੂੰ ਇੱਥੇ ਬੈਠਿਆਂ ਨੂੰ ਪੰਜਾਬ ਦੇ ਵਿੱਚ ਪਤਾ ਕਿ ਬਿਲਕੁਲ ਖੋਖਲੇ ਆ। ਹਜੇ ਠੀਕ ਹੈ, ਤੁਸੀਂ ਕਦਮ ਚੁੱਕੇ ਨੇ, ਤੁਸੀਂ ਕੁਝ ਬੇਬੀ ਸਟੈਪਸ ਲਏ ਨੇ, ਕੁਝ ਤੁਹਾਡੇ ਫੈਸਲੇ ਨੇ, ਪਰ ਕੀ ਉਹ ਅਮਲੀ ਜਾਮਾ ਉਹਨਾਂ ਨੂੰ ਪਹਿਨਾਇਆ ਜਾਊਗਾ ਜਾਂ ਐਗਜ਼ੀਕਿਊਟ ਹੋ ਸਕਣਗੇ ਧਰਤੀ ਦੇ ਉੱਤੇ, ਜ਼ਮੀਨ ਦੇ ਉੱਤੇ? ਇਹ ਹਜੇ ਬੜੇ ਵੱਡੇ ਸਵਾਲ। ਲੇਕਿਨ ਤੁਸੀਂ ਉੱਥੇ ਜਾ ਕੇ ਦਾਅਵਾ ਕਰਦੇ ਹੋ ਤਾਂ ਇੱਥੋਂ ਪਤਾ ਲੱਗਦਾ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੀ ਜਾਂ ਆਮ ਆਦਮੀ ਪਾਰਟੀ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਹੈ ਤੇ ਇਹਨਾਂ ਦਾ ਪ੍ਰੋਪੇਗੈਂਡਾ ਕਿਸ ਤਰ੍ਹਾਂ ਦਾ। ਬਹੁਤ ਹੀ ਭਾਰੀ ਪ੍ਰੋਪੇਗੈਂਡਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਇਸ਼ਤਿਹਾਰ ਲਗਾਤਾਰ ਦੇਖ ਰਹੇ ਹਾਂ। ਤੁਸੀਂ ਯਾਦ ਕਰੋ ਜਦੋਂ ਸਾਡੀ ਚੋਣਾਂ ਚੱਲ ਰਹੀਆਂ ਸੀ, ਪੰਜਾਬ ਦੀਆਂ ਚੋਣਾਂ, ਉਹਨਾਂ ਦਿਨਾਂ ਦੇ ਵਿੱਚ ਵੀ ਦਿੱਲੀ ਸਰਕਾਰ ਦੇ ਦਿੱਲੀ ਮਾਡਲ ਨੂੰ ਲੈ ਕੇ ਸਕੂਲਾਂ ਦੀਆਂ, ਉਹਨਾਂ ਦੀਆਂ ਮੁਹੱਲਾ ਕਲੀਨਿਕਸ ਦੀਆਂ ਜਾਂ ਤਮਾਮ ਤਰ੍ਹਾਂ ਦੀਆਂ ਉਪਲਬਧੀਆਂ ਦੀਆਂ ਲਗਾਤਾਰ ਐਡਸ ਦੇਖੋ। ਨੈਸ਼ਨਲ ਜਿਹੜੇ ਟੀਵੀ ਚੈਨਲ ਆ, ਟੈਲੀਵਿਜ਼ਨ ਪ੍ਰੋਗਰਾਮ ਵੀ ਚੱਲ ਰਹੇ ਸੀ, ਖਬਰਾਂ ਵੀ ਚੱਲ ਰਹੀਆਂ ਸੀ। ਉਹ ਠੀਕ ਹੈ ਜੀ। ਸ਼ਾਇਦ ਹੋ ਸਕਦਾ ਦਿੱਲੀ ਸਰਕਾਰ ਦੀਆਂ ਗਤੀਵਿਧੀਆਂ ਕੋਡ ਆਫ ਕੰਡਕਟ ਦੇ ਦਾਇਰੇ 'ਚ ਨਾ ਕਵਰ ਹੁੰਦੀਆਂ ਹੋਣ, ਪਰ ਆਮ ਆਦਮੀ ਪਾਰਟੀ ਨੂੰ ਇਸ਼ਤਿਹਾਰ ਲਾਉਣ ਦਾ ਸ਼ੌਂਕ ਹੈ, ਜ਼ਿਆਦਾ ਇਸ਼ਤਿਹਾਰ ਆਮ ਆਦਮੀ ਪਾਰਟੀ ਲਾਉਂਦੀ ਹੈ। ਇਹ ਤਾਂ ਗੱਲ ਕੋਈ ਦੋ ਰਾਏ ਇਹਦੇ 'ਚ ਨਹੀਂ ਹੈ। ਪਰ ਮੈਂ ਇੱਕ ਗੱਲ ਹੋਰ ਤੁਹਾਨੂੰ ਰੰਧਾਵਾ ਜੀ ਇਹਦੇ ਨਾਲ ਜੋੜਨਾ ਚਾਹੂੰਗਾ, ਕਿਤੇ ਭਗਵੰਤ ਮਾਨ ਦੀ ਮਜਬੂਰੀ ਤਾਂ ਨਹੀਂ, ਕਿਉਂਕਿ ਖਬਰਾਂ ਇੱਥੋਂ ਤੱਕ ਵੀ ਨੇ ਕਿ ਜਿਹੜੀ ਪੰਜਾਬ ਦੇ ਵਿੱਚ ਬਿਜਲੀ ਮੁਫਤ ਹੋਈ ਹੈ 600 ਯੂਨਿਟ, ਭਗਵੰਤ ਮਾਨ ਚਾਹੁੰਦੇ ਸੀ ਕਿ ਪੰਜਾਬ 'ਚ ਵੀ ਸਾਰੇ ਵਰਗਾਂ ਨੂੰ ਦਿੱਤੀ ਜਾਵੇ, ਭਾਵੇਂ ਅਸੀਂ ਥੋੜਾ ਇੰਤਜ਼ਾਰ ਕਰ ਲਈਏ। ਇਹ ਸੂਤਰ ਦੱਸ ਰਹੇ ਨੇ, ਥੋੜਾ ਸਬਰ ਕਰ ਲਈਏ। ਔਰ ਕਹਿੰਦੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ, ਅਰਵਿੰਦ ਕੇਜਰੀਵਾਲ ਦੀ ਟੀਮ ਦੇ ਲੀਡਰ, ਉਹ ਦਬਾਅ ਬਣਾ ਰਹੇ ਸੀ ਭਗਵੰਤ ਮਾਨ ਤੇ ਕਿ ਨਹੀਂ ਅਸੀਂ ਜਲਦ ਤੋਂ ਜਲਦੀ ਇਹ ਗਰੰਟੀ ਅਸੀਂ ਦੱਸਣਾ ਹੈ ਕਿ ਅਸੀਂ ਲਾਗੂ ਕਰਤੀ। ਭਾਵੇਂ ਤੁਸੀਂ 1 ਜੁਲਾਈ ਦੀ ਡੇਟ ਪਾ ਦਿਓ, ਪਰ ਇੱਕ ਵਾਰੀ ਅਨਾਉਂਸ ਕਰ ਦਿਓ ਕਿ ਇਹ ਗਰੰਟੀ ਅਸੀਂ ਦੇਤੀ।
ਤਾਂ ਕਿ ਅਸੀਂ ਹਿਮਾਚਲ ਪ੍ਰਦੇਸ਼ ਔਰ ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਇਹਦਾ ਲਾਹਾ ਲੈ ਸਕੀਏ। ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਚਰਚਾਵਾਂ ਨੇ ਬਹੁਤ ਜ਼ਿਆਦਾ। ਸੋ ਗੱਲ ਇਹ ਨਿਕਲਦੀ ਹੈ ਵੀ ਕਿਤੇ ਇਹ ਗੱਲ ਤਾਂ ਨਹੀਂ ਕਿ ਭਗਵੰਤ ਮਾਨ ਮਜਬੂਰੀ 'ਚ, ਭਗਵੰਤ ਮਾਨ ਕਿਉਂਕਿ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੇ ਬਣਾਇਆ, ਪਾਰਟੀ ਦੀ ਹਾਈ ਕਮਾਂਡ ਤਾਂ ਨਹੀਂ ਹੈ ਨਾ ਭਗਵੰਤ ਮਾਨ, ਕਿਤੇ ਭਗਵੰਤ ਮਾਨ ਦੀ ਮਜਬੂਰੀ 'ਚ ਜਿਹੜੀ ਦਿੱਲੀ ਦੇ ਯੂਨਿਟ ਨੇ ਆਮ ਆਦਮੀ ਪਾਰਟੀ ਦੇ ਜਾਂ ਲੀਡਰ ਨੇ ਉਹ ਫੈਸਲੇ ਲਾਗੂ ਕਰਵਾ ਰਹੇ ਹੋਣ ਤੇ ਭਗਵੰਤ ਮਾਨ ਦਿਲੋਂ ਨਾ ਚਾਹੁੰਦੇ ਹੋਣ। ਇਹ ਸੂਤਰਾਂ ਤੋਂ ਖਬਰਾਂ ਨੇ ਜੀ। ਦੇਖੋ ਡੱਲਾ ਜੀ, ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਵੀ ਆਪਾਂ ਇਸ ਗੱਲ ਤੇ ਵੀ ਜ਼ਰੂਰ ਆਵਾਂਗੇ। ਤਮਾਮ ਤੁਸੀਂ ਨੈਸ਼ਨਲ ਟੀਵੀ ਚੈਨਲਸ ਦੇ ਵਿੱਚ, ਅਖਬਾਰਾਂ ਦੇ ਵਿੱਚ ਇਹ ਇਸ਼ਤਿਹਾਰ ਦੇਖ ਸਕਦੇ ਸੀ, ਔਰ ਬਹੁਤ ਸਾਰੇ ਜਿਹੜੇ ਪੰਜਾਬੀ ਐਂਟਰਟੇਨਮੈਂਟ ਦੇ ਚੈਨਲਸ ਨੇ ਉਹਨਾਂ ਤੇ ਵੀ ਮੈਂ ਉਹ ਐਡਵਰਟੀਜ਼ਮੈਂਟਸ ਜਾਂ ਉਹਨਾਂ ਦੇ ਜਿਹੜੇ ਇਸ਼ਤਿਹਾਰ ਦੇਖਦਾ ਸੀ ਤੇ ਬੜੀ ਹੈਰਾਨੀ ਹੁੰਦੀ ਸੀ ਕਿ ਇੰਨਾ ਪੈਸਾ ਖਰਚਿਆ ਜਾ ਰਿਹਾ ਤੇ ਫਿਰ ਜਿਹੜੀਆਂ ਵਿਰੋਧੀ ਪਾਰਟੀਆਂ, ਜਦੋਂ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਕਾਂਗਰਸ ਪਾਰਟੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਵੀ, ਜਿਵੇਂ ਹਮਲੇ ਕਰਦੀਆਂ ਆਮ ਆਦਮੀ ਪਾਰਟੀ ਤੇ ਕਿ ਬਹੁਤ ਸਾਰਾ ਕਰੋੜਾਂ ਦਾ ਬਜਟ ਹੈ ਇਹ ਪਾਰਟੀ, ਉਹ ਆਪਣੀ ਐਡਵਰਟੀਜ਼ਮੈਂਟ ਤੇ ਪ੍ਰਚਾਰ ਤੇ ਪ੍ਰੋਪੇਗੈਂਡੇ ਤੇ ਲਾਉਂਦੇ ਤੇ ਫਿਰ ਕੋਈ ਸ਼ੱਕ ਸ਼ੁਬਾ ਰਹਿੰਦਾ ਨਹੀਂ ਹੈ। ਪਿਛਲੇ ਦਿਨਾਂ 'ਚ ਤੁਸੀਂ ਦੇਖ ਲਓ, ਮੈਂ ਉਸ ਗੱਲ ਤੇ ਵੀ ਆਊਂਗਾ, ਪਿਛਲੇ ਦਿਨਾਂ 'ਚ ਦੇਖ ਲਓ ਪੰਜਾਬ ਸਰਕਾਰ ਦੀਆਂ ਪਿਛਲੇ 1 ਮਹੀਨੇ ਦੀਆਂ ਉਪਲਬਧੀਆਂ ਗਿਣਾਈਆਂ ਗਈਆਂ। 2 ਦਿਨ ਲਗਾਤਾਰ ਸਾਰੇ ਵੱਡੇ ਅਖਬਾਰਾਂ 'ਚ, ਛੋਟੇ ਕੀ ਵੱਡੇ ਕੀ ਸਾਰੇ ਅਖਬਾਰਾਂ ਦੇ ਵਿੱਚ, ਟੀਵੀ ਚੈਨਲਸ ਦੇ ਵਿੱਚ, ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਏ ਕਿ ਸਾਡੀਆਂ ਇਹ ਉਪਲਬਧੀਆਂ। ਹਾਲਾਂਕਿ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਕੇਵਲ ਐਲਾਨ ਨੇ ਜਾਂ ਕੇਵਲ ਆਦੇਸ਼ ਨੇ, ਹਜੇ ਉਹ ਧਰਤੀ ਦੇ ਉੱਤੇ ਜਾਂ ਜ਼ਮੀਨ ਤੇ ਕਿਸੇ ਤਰ੍ਹਾਂ ਦੀ ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਦੇਖੀ ਜਾ ਰਹੀ। ਸੋ ਇਸ ਤਰ੍ਹਾਂ ਇਹ ਲੈ ਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੂਤਰਾਂ ਤੋਂ ਇਹ ਪਤਾ ਲੱਗਾ ਕਿ ਭਗਵੰਤ ਮਾਨ ਹਜੇ ਚਾਹੁੰਦੇ ਸੀ ਕਿ ਸਾਰੇ ਤਬਕਿਆਂ ਨੂੰ, ਸਾਰੇ ਮਾਸ਼ਰਿਆਂ ਨੂੰ, ਸਾਰੇ ਭਾਈਚਾਰੇ ਨੂੰ, ਯਾਨੀ ਕਿ ਤਮਾਮ ਪੰਜਾਬ ਨੂੰ ਜੇ ਬਿਜਲੀ ਦੇ ਰੇਟ ਘੱਟ ਹੋਣ ਜਾਂ 300 ਯੂਨਿਟ ਜਿਹੜਾ ਇਹਨਾਂ ਨੇ ਮਾਫ ਕਰਨ ਦੀ ਗੱਲ ਆਪਣੀ ਗਾਰੰਟੀ ਦੇ ਵਿੱਚ ਕਹੀ ਸੀ, ਉਸ ਦਾ ਲਾਭ ਹਰ ਕਿਸੇ ਨੂੰ ਮਿਲੇ। ਪਰ ਜੇ ਉਸ ਤੋਂ ਬਾਵਜੂਦ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਕਿਹਾ ਗਿਆ, ਕਿਉਂਕਿ ਅਰਵਿੰਦ ਕੇਜਰੀਵਾਲ ਚਾਹੁੰਦੇ ਸੀ ਕਿ ਇਸ ਦਾ ਐਲਾਨ ਜਲਦੀ ਕੀਤਾ ਜਾਏ ਕਿਉਂਕਿ ਚੋਣਾਂ ਆ ਰਹੀਆਂ ਨੇ ਗੁਜਰਾਤ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਵਿੱਚ, ਤੇ ਇਸ ਚੀਜ਼ ਨੂੰ ਉੱਥੇ ਉਹ ਪੋਲੀਟੀਕਲੀ ਬਣਾਉਣਾ ਚਾਹੁੰਦੇ ਆ, ਉਸ ਤੇ ਸਿਆਸਤ ਕਰਨਾ ਚਾਹੁੰਦੇ ਆ, ਉਸ ਨੂੰ ਦਿਖਾਉਣਾ ਚਾਹੁੰਦੇ ਆ ਕਿ ਦੇਖੋ ਅਸੀਂ ਕਿੰਨੀ ਜਲਦੀ ਇਹ ਸਾਰਾ ਕੁਝ ਅਚੀਵ ਕਰ ਲਿਆ। ਤੇ ਫਿਰ ਮੈਨੂੰ ਲੱਗਦਾ ਜੇ ਵਾਕਿਆ ਇਸ ਤਰ੍ਹਾਂ ਹੋਇਆ ਤੇ ਫਿਰ ਆਉਣ ਵਾਲੇ ਦਿਨ ਵਾਕਿਆ ਪੰਜਾਬ ਲਈ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਮੈਂ ਮੰਨੂਗਾ। ਜੇ ਭਗਵੰਤ ਮਾਨ ਇਸ ਪ੍ਰੈਸ਼ਰ ਨੂੰ ਕਿਸੇ ਤਰ੍ਹਾਂ ਕੰਸੀਡ ਕਰ ਗਏ ਜਾਂ ਇਸ ਪ੍ਰੈਸ਼ਰ ਥੱਲੇ ਆ ਕੇ ਉਹਨਾਂ ਨੇ 1 ਜੁਲਾਈ ਤਾਰੀਖ ਤਾਂ ਦੇਤੀ, ਪਰ ਉਹਦੇ ਹਜੇ ਤੱਕ ਕਿਸ ਤਰ੍ਹਾਂ ਦੇ ਕੌਣ ਉਹਦੇ ਵਰਗ ਵਿੱਚ ਹੋਣਗੇ। ਹਾਲਾਂਕਿ ਕੁਝ ਗੱਲਾਂ ਤਾਂ ਉਹਨਾਂ ਨੇ ਸਪਸ਼ਟ ਕਰ ਦਿੱਤੀਆਂ, ਖਾਸ ਤੌਰ ਤੇ ਜਿਹੜਾ ਦਲਿਤ ਭਾਈਚਾਰੇ ਨੂੰ ਕਹਿਤਾ ਕਿ ਜੇ ਤੁਹਾਨੂੰ 200 ਯੂਨਿਟ ਮੁਫਤ ਮਿਲਦੇ ਆ ਤੇ 300 ਵੀ ਮਿਲਣਗੇ, ਤੇ ਜੇ ਤੁਸੀਂ 300 ਤੋਂ ਵੱਧ ਵੀ ਤੁਸੀਂ ਉਹਦੀ ਖਪਤ ਕਰੋਗੇ ਜਾਂ ਕੰਜ਼ਿਊਮ ਕਰੋਗੇ ਤੇ ਤੁਹਾਨੂੰ ਬਿਲਕੁਲ ਨਹੀਂ, ਤੁਹਾਨੂੰ ਉਹਦੇ ਚ ਉਹਨੇ ਸਪਸ਼ਟ ਕਰਤਾ ਕਿ ਸਿਰਫ ਬਾਅਦ ਵਾਲਾ ਬਿੱਲ ਆਉਣਾ ਹੈ। ਤੇ ਦੇਖੋ ਹਜੇ ਵੀ ਮੈਂ ਇੱਕ ਗੱਲ ਇਹਦੇ ਚ ਹੋਰ ਤੁਹਾਨੂੰ ਜੋੜਦਾ, ਮਨਪ੍ਰੀਤ ਰੰਧਾਵਾ ਜੀ, ਇਹ ਤਰਕ ਕਹਿੰਦੇ ਦਿੱਤਾ ਗਿਆ ਭਗਵੰਤ ਮਾਨ ਵੱਲੋਂ ਕਿ ਹਜੇ ਅਸੀਂ ਥੋੜੇ ਜਿਹੇ ਸਾਧਨ ਇਕੱਠੇ ਕਰ ਲਈਏ, ਅਸੀਂ ਸਾਧਨ ਇਕੱਠੇ ਕਰ ਲਈਏ ਤਾਂ ਕਿ ਪਾਵਰ ਕੌਮ ਨੂੰ, ਅਸੀਂ ਵਿੱਤੀ ਸੰਕਟ ਬਹੁਤ ਜ਼ਿਆਦਾ ਪਾਵਰ ਕੌਮ ਨੂੰ, ਅਸੀਂ ਕੁਝ ਵਿੱਤੀ ਸੰਕਟ ਜੁਟਾ ਲਈਏ 4-5 ਮਹੀਨੇ ਦੇ ਵਿੱਚ, ਔਰ ਅਸੀਂ ਪਾਵਰ ਕੌਮ ਨੂੰ ਥੋੜਾ ਜਿਹਾ ਪੈਸਾ ਦੇ ਦਈਏ ਤਾਂ ਕਿ ਸਾਰਿਆਂ ਤੇ ਯੋਜਨਾ ਲਾਗੂ ਹੋ ਜੇ। ਇਹ ਗੱਲਾਂ ਮੈਂ ਸੂਤਰਾਂ ਤੋਂ ਸੁਣੀਆਂ, ਆਮ ਆਦਮੀ ਪਾਰਟੀ ਦੇ ਕਈ ਸੂਤਰ ਨੇ, ਪਰ ਕਹਿੰਦੇ ਇਸੇ ਕਰਕੇ ਜਿਹੜੇ ਅਫਸਰ ਸੀ ਦਿੱਲੀ ਉਹ ਇਕੱਲੇ ਬੁਲਾ ਲਏ ਗਏ ਕਿਉਂਕਿ ਅਰਵਿੰਦ ਕੇਜਰੀਵਾਲ ਉਹਨਾਂ ਸਾਰੇ ਅਫਸਰਾਂ ਤੋਂ ਖੁਦ ਪੂਰੀ ਸਥਿਤੀ ਜਾਣਨਾ ਤੇ ਸਮਝਣਾ ਚਾਹੁੰਦੇ ਸੀ, ਔਰ ਸ਼ਾਇਦ ਇਸੇ ਕਰਕੇ ਉਸ ਮੀਟਿੰਗ 'ਚ ਭਗਵੰਤ ਮਾਨ ਜਿਹੜੇ ਨੇ ਉਹ ਗੈਰ ਹਾਜ਼ਰ ਸੀ, ਔਰ ਬਿਜਲੀ ਮੰਤਰੀ ਵੀ ਉੱਥੇ ਨਹੀਂ ਸੀ। ਭਾਵੇਂ ਬਾਅਦ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਮੈਂ ਉੱਥੇ ਜਾਵਾਂ ਜਦੋਂ ਜਲੰਧਰ ਪ੍ਰੈਸ ਕਾਨਫਰੰਸ ਹੋਈ, ਪਰ ਅਸਲ ਕਹਿੰਦੇ ਇਹ ਇੱਕ ਕਿਤੇ ਨਾ ਕਿਤੇ ਬਿਜਲੀ, ਮੁਫਤ ਬਿਜਲੀ ਦਾ ਮੁੱਦਾ ਅੰਦਰੂਨੀ ਤੌਰ ਤੇ ਇਹਦੇ ਤੇ ਕਾਫੀ ਡਿਸਕਸ਼ਨ ਹੋਈ, ਔਰ ਇਹ ਮਤਭੇਦਾਂ ਵਾਲਾ ਇਸ਼ੂ ਵੀ ਸੀ। ਔਰ ਹੁਣ ਵੀ ਜਦੋਂ 600 ਯੂਨਿਟ ਬਿਜਲੀ, ਜਨਰਲ ਕੈਟਾਗਰੀ ਨੂੰ ਸਿਰਫ 600 ਯੂਨਿਟ ਤੱਕ ਬਿਜਲੀ ਦਾ ਐਲਾਨ ਹੈ ਕਿ ਤੁਹਾਨੂੰ ਬਿੱਲ ਨਹੀਂ ਦੇਣਾ ਪੈਣਾ 2 ਮਹੀਨਿਆਂ ਦਾ, ਪਰ ਜੇ 600 ਯੂਨਿਟ ਤੋਂ ਵੱਧਦੇ ਨੇ ਤਾਂ ਸਾਰਿਆਂ ਦਾ ਤੁਹਾਡਾ ਬਿੱਲ ਆਊਗਾ। ਔਰ ਕਈ ਲੀਡਰ ਆਮ ਆਦਮੀ ਪਾਰਟੀ ਦੇ ਵੱਖ-ਵੱਖ ਤਰ੍ਹਾਂ ਨਾਲ ਇਹਨੂੰ ਸੰਬੋਧਨ ਕਰ ਰਹੇ ਨੇ। ਕਈ ਕਹਿ ਰਹੇ ਨੇ ਕਿ 600 ਯੂਨਿਟ ਤੋਂ ਵੱਧ ਅਗਰ ਖਪਤ ਹੁੰਦੀ ਹੈ ਤੇ ਉਹ ਲਗਜ਼ਰੀ ਉਪਭੋਗਤਾ ਮੰਨਿਆ ਜਾਊਗਾ। ਇਸ ਤਰੀਕੇ ਦੇ ਜਿਹੜੇ ਤਰਕ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਇੱਕ ਡਿਬੇਟ ਇਸ ਵਕਤ ਪੰਜਾਬ 'ਚ ਬਣੀ ਹੋਈ ਹੈ। ਪਰ ਮੈਂ ਮੂਲ ਵਿਸ਼ੇ ਦੇ ਉੱਤੇ ਫੇਰ ਆਊਂਗਾ। ਦਲਜੀਤ ਸਿੰਘ ਚੀਮਾ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਇਲਜ਼ਾਮ ਲਾਇਆ, ਤੁਹਾਨੂੰ ਕੀ ਲੱਗਦਾ ਜਿਹੜੇ ਬਾਹਰ ਇਸ਼ਤਿਹਾਰ ਛਪ ਰਹੇ ਨੇ, ਕੀ ਭਗਵੰਤ ਮਾਨ ਨੈਤਿਕਤਾ ਦੇ ਤੌਰ ਤੇ ਉਹਦੇ ਤੇ ਕੁਝ ਸਫਾਈ ਦੇਣਗੇ
ਜਾਂ ਕੋਈ ਆਪ ਹੀ ਉਹਦੇ ਤੇ ਕਲੈਰਿਟੀ ਦੇਣਗੇ? ਕਿੰਨੀ ਕੁ ਜ਼ਰੂਰੀ ਹੈ ਕਲੈਰਿਟੀ ਦੇਣੀ? ਔਰ ਕੀ ਪੰਜਾਬ ਦੇ ਖਜ਼ਾਨੇ ਦਾ ਪੈਸਾ ਦੂਜੇ ਸੂਬਿਆਂ 'ਚ ਇਸ਼ਤਿਹਾਰਬਾਜ਼ੀ ਤੇ ਲਾਇਆ ਜਾ ਸਕਦਾ ਹੈ ਰੰਧਾਵਾ ਜੀ, ਜਦੋਂ ਗੈਰ ਜ਼ਰੂਰੀ ਹੈ? ਦੇਖੋ, ਫਿਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਹੋਣਾ ਨੇ ਚੀਫ ਸੈਕਟਰੀ ਨੂੰ ਬੁਲਾ ਲਿਆ, ਪਾਵਰ ਸੈਕਟਰੀ ਨੂੰ ਬੁਲਾ ਲਿਆ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਨੂੰ ਬੁਲਾ ਲਿਆ, ਉਹਨਾਂ ਦੇ ਨਾਲ ਮੀਟਿੰਗ ਕੀਤੀ, ਔਰ ਉਹ ਜਿਹੜੀ ਬੈਠਕ ਕੀਤੀ ਗਈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ, ਤੇ ਇਸੇ ਤਰ੍ਹਾਂ ਉੱਥੇ ਜਿਹੜੇ ਪੰਜਾਬ ਦੇ ਪਾਵਰ ਮਿਨਿਸਟਰ ਨੇ ਹਰਭਜਨ ਸਿੰਘ, ਉਹ ਵੀ ਮੌਜੂਦ ਨਹੀਂ ਸੀ, ਉਹ ਵੀ ਉਪਸਥਿਤ ਨਹੀਂ ਸੀ। ਹਾਲਾਂਕਿ ਬਾਅਦ ਦੇ ਵਿੱਚ ਭਗਵੰਤ ਮਾਨ ਉਹਨਾਂ ਨੂੰ ਮਜਬੂਰੀ ਦੇ ਵਿੱਚ ਉਸ ਮੀਟਿੰਗ ਨੂੰ ਇੱਕ ਤਰ੍ਹਾਂ ਜਸਟੀਫਾਈ ਕਰਨਾ ਪਿਆ, ਬਲਕਿ ਇੱਥੋਂ ਤੱਕ ਕਹਿਣਾ ਪਿਆ ਕਿ ਮੈਂ ਅੱਗੇ ਤੋਂ ਵੀ ਭੇਜੂੰਗਾ ਤੇ ਸਾਡੇ ਮੰਤਰੀਆਂ ਨੇ ਉੱਥੋਂ ਸਿੱਖਣਾ। ਇਹ ਠੀਕ ਹੈ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਜਸਟੀਫਾਈ ਕਰਨਾ ਪਿਆ, ਲੇਕਿਨ ਉਹਨਾਂ ਦਾ ਵਿੱਚ ਉਸ ਮੀਟਿੰਗ ਦੇ ਵਿੱਚ ਨਾ ਹੋਣਾ, ਔਰ ਆਪਾਂ ਨੂੰ ਇਹ ਵੀ ਪਤਾ ਕਿ ਜਿਸ ਦਿਨ ਇਹ ਮੀਟਿੰਗ ਹੋ ਰਹੀ ਸੀ ਉਸੇ ਦਿਨ ਭਗਵੰਤ ਮਾਨ ਹੋਣਾ ਨੇ ਪ੍ਰੈਜ਼ੀਡੈਂਟ ਨੂੰ ਵੀ ਮਿਲਣਾ ਸੀ, ਵਾਈਸ ਪ੍ਰੈਜ਼ੀਡੈਂਟ ਨੂੰ ਵੀ ਮਿਲਣਾ ਸੀ ਭਾਰਤ ਦੇ। ਤੇ ਜਦੋਂ ਇਹ ਮੀਟਿੰਗਾਂ ਪਹਿਲਾਂ ਤੋਂ ਤੈਅਸ਼ੁਦਾ ਹੁੰਦੀਆਂ ਤੇ ਫਿਰ ਕੀ ਇਹ ਜਿਹੜੀ ਮੀਟਿੰਗ ਸੀ ਇਸ ਦਾ ਜਿਹੜਾ ਸਮਾਂ ਉਹ ਸ਼ਾਮ ਦਾ ਨਹੀਂ ਸੀ ਰੱਖਿਆ ਜਾਂਦਾ, ਕਿਉਂਕਿ ਭਗਵੰਤ ਮਾਨ ਸ਼ਾਮ ਦੇ ਵੇਲੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਜਿਹੜੇ ਨਿਵਾਸ ਸਥਾਨ ਤੇ ਜਾਂ ਉਹਨਾਂ ਦੀ ਰਿਹਾਇਸ਼ ਤੇ ਪਹੁੰਚਦੇ ਨੇ, ਫਿਰ ਇੱਕ ਮੀਟਿੰਗ ਦੁਬਾਰਾ ਹੁੰਦੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਹੋ ਸਕਦਾ ਇਹ 'ਚ ਪੋਸੀਬਿਲਿਟੀ ਹੈ ਕਿ ਭਗਵੰਤ ਮਾਨ ਪਹਿਲਾਂ ਚਾਹੁੰਦੇ ਹੋਣ ਕਿ ਪਹਿਲਾਂ ਸਾਰੀ ਬਿਜਲੀ ਦੀ ਸਥਿਤੀ ਜਾਇਜ਼ਾ ਲੈ ਲਿਆ ਜਾਵੇ ਕਿ ਪੰਜਾਬ ਦੀ ਕੀ ਸਥਿਤੀ ਆ। ਤੁਹਾਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ 22 ਲੱਖ ਇਸ ਤਰ੍ਹਾਂ ਦੇ ਉਪਭੋਗਤਾ ਜਿਨ੍ਹਾਂ ਨੂੰ 200 ਯੂਨਿਟ ਮਾਫ ਨੇ, ਜਿਹੜੇ ਦਲਿਤ ਵਰਗ ਤੋਂ ਆਉਂਦੇ ਨੇ, ਤੇ ਉਸ ਦਾ ਹੀ ਇਕੱਲਾ ਜਿਹੜਾ ਉਹ ਪੰਜਾਬ ਦੇ ਉੱਤੇ 1700 ਕਰੋੜ ਦਾ ਜਿਹੜਾ ਉਹ ਵਾਧੂ ਦਾ ਜਿਹੜਾ ਬੋਝ ਆ ਉਹ ਹਮੇਸ਼ਾ ਪੈਂਦਾ। ਇਸੇ ਤਰ੍ਹਾਂ ਜਿਹੜੇ 3 ਰੁਪਏ ਮਾਫ ਕੀਤੇ ਗਏ ਆ ਡੱਲਾ ਜੀ, ਉਹਦਾ ਲਗਭਗ 2300 ਕਰੋੜ ਜਿਹੜਾ ਉਹ ਪੰਜਾਬ ਨੂੰ ਦੇਣਾ ਪੈਂਦਾ। 4000 ਕਰੋੜ ਐਨੂਅਲੀ ਪੰਜਾਬ ਇਹ ਸਿੱਧਾ ਦੇ ਰਿਹਾ। ਤੇ ਜਿਹੜੇ ਤੁਸੀਂ 300 ਯੂਨਿਟ ਦੀ ਗੱਲ ਕਰਦੇ ਹੋ, ਦੇਖੋ ਪਹਿਲੀ ਗੱਲ ਤਾਂ ਇਹਦਾ ਹਜੇ ਕੋਈ ਡਰਾਫਟ ਤਿਆਰ ਨਹੀਂ ਕੀਤਾ ਗਿਆ, ਹਜੇ ਸਾਨੂੰ ਇਹ ਨਹੀਂ ਪਤਾ ਕਿ 300 ਤੋਂ ਬਾਅਦ ਜੇ ਇੱਕ ਯੂਨਿਟ ਆਊਗਾ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸਾਰਾ ਬਿੱਲ ਦੇਣਾ ਪਊਗਾ, ਕਿਉਂਕਿ ਇਹ ਸਿਰਫ ਕਿਆਸ ਰਾਹੀਆਂ ਨੇ। ਹਜੇ ਤੱਕ ਇਸ ਉੱਤੇ ਕਿਸੇ ਤਰ੍ਹਾਂ ਦਾ ਕੋਈ ਡਰਾਫਟ ਪਾਲਿਸੀ ਸਾਡੇ ਕੋਲ ਨਹੀਂ ਪਹੁੰਚੀ ਆ, ਹਜੇ ਤਾਂ ਸਿਰਫ ਇੱਕ ਐਲਾਨ ਆ। ਪਰ ਦਿੱਲੀ ਵੱਲ ਦੇਖਦੇ ਹੋਏ, ਦਿੱਲੀ ਦਾ ਮਾਡਲ ਜੋ ਇੱਥੇ ਇਹ ਲਾਗੂ ਕਰਨਾ ਚਾਹੁੰਦੀ ਆ ਆਮ ਆਦਮੀ ਪਾਰਟੀ ਸਰਕਾਰ, ਉੱਥੇ ਇਸ ਤਰ੍ਹਾਂ ਦਾ ਆਪਾਂ ਨੂੰ ਪਤਾ ਕਿ ਜਿਹੜੇ 200 ਯੂਨਿਟ ਤੋਂ ਵੱਧ ਕੰਜ਼ਿਊਮ ਕਰਦੇ ਨੇ ਤੇ ਉਹਨਾਂ ਨੂੰ ਪੂਰਾ ਬਿੱਲ ਦੇਣਾ ਪੈਂਦਾ। ਲਗਭਗ ਉਸੇ ਚੀਜ਼ ਦੇ ਅੰਦਾਜ਼ੇ ਲਾਏ ਜਾ ਰਹੇ ਆ, ਉਸੇ ਚੀਜ਼ ਦੀਆਂ ਕਿਆਸ ਰਾਹੀਆਂ ਲਾਈਆਂ ਜਾ ਰਹੀਆਂ। ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਸੁਝਾਅ ਆ ਰਹੇ ਨੇ, ਹੁਣ ਤੁਸੀਂ ਦੇਖੋ ਕਿ ਇਹਦੇ ਨਾਲ 2000 ਕਰੋੜ ਦੇ ਪਹਿਲਾਂ ਹੀ 6000 ਕਰੋੜ ਆਲਰੇਡੀ ਜਿਹੜਾ ਹੈਗਾ ਇਹਨਾਂ ਸਾਰੀਆਂ ਸਬਸਿਡੀਜ਼ ਨਾਲ ਪੰਜਾਬ ਤੇ ਬੋਝ ਤਾਂ ਪੈਣਾ ਹੀ ਪੈਣਾ। ਇਸ ਤੋਂ ਇਲਾਵਾ ਤੁਸੀਂ ਦੇਖ ਲਓ ਜਿਵੇਂ ਮੋਟਰ ਐਗਰੀਕਲਚਰ ਦਾ ਪੰਜਾਬ ਦੇ ਵਿੱਚ ਲਗਭਗ 14.5 ਲੱਖ ਦੇ ਕਰੀਬ ਟਿਊਬਵੈਲ ਕਨੈਕਸ਼ਨਸ ਨੇ, ਇਹਨਾਂ ਦੀ ਵੀ 7000 ਕਰੋੜ ਦੇ ਕਰੀਬ ਜਿਹੜੀ ਆ ਉਹ ਸਬਸਿਡੀ ਜਾਂਦੀ ਆ। ਸੋ ਕਹਿਣ ਦਾ ਮਤਲਬ ਸਾਨੂੰ ਇਹ ਥੋੜਾ ਜਿਹਾ ਧਿਆਨ ਰੱਖਣਾ ਪਊਗਾ ਕਿ ਪੰਜਾਬ ਤੇ ਜਿਹੜੇ ਭਗਵੰਤ ਮਾਨ ਦਾ ਖਦਸ਼ੇ ਆ ਜਾਂ ਐਪਰੀਹੈਂਸ਼ਨ ਆ ਉਹ ਬਿਲਕੁਲ ਜਾਇਜ਼ ਆ ਕਿ ਪੰਜਾਬ ਕਿਤੇ ਮੁਫਤ ਬਿਜਲੀ ਦਿੰਦਾ ਹੋਇਆ ਜਾਂ ਸਾਰੇ ਤਬਕਿਆਂ ਨੂੰ ਜਾਂ ਹੋਰ ਕਈ ਸੈਕਟਰਸ ਆ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜਾ ਇੰਡਸਟਰੀਅਲ ਸੈਕਟਰ ਆ ਤੇ ਜਿਹੜਾ ਜਿਹਨੂੰ ਆਮ ਤੌਰ ਤੇ ਅਸੀਂ ਕਹਿੰਦੇ ਨੇ ਜਿਹੜਾ ਕਮਰਸ਼ੀਅਲ ਸੈਕਟਰ ਆ, ਇੰਡਸਟਰੀਅਲ ਤੇ ਕਮਰਸ਼ੀਅਲ ਸੈਕਟਰ ਨੂੰ ਵੀ ਲਗਭਗ 3000 ਕਰੋੜ ਦੀ ਬਿਜਲੀ ਜਿਹੜੀ ਸਬਸਿਡੀ ਆ ਉਹ ਜਾਂਦੀ ਹੈ ਡੱਲਾ ਜੀ। ਉਹਨਾਂ ਨੂੰ ਵੀ ਪਹਿਲਾਂ ਹੀ ਸਬਸਿਡਾਈਜ਼ਡ ਰੇਟ ਆ, ਹਾਲਾਂਕਿ ਉਹਨਾਂ ਦੇ ਰੇਟ ਬਾਕੀ ਜਿਹੜੇ ਤਬਕੇ ਜਾਂ ਉਹਨਾਂ ਨਾਲੋਂ ਵੱਧ ਆ, ਪਰ ਫਿਰ ਵੀ ਉਹਨਾਂ ਨੂੰ ਸਬਸਿਡੀ ਮਿਲਦੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਲਗਭਗ 2400 ਕਰੋੜ ਜਿਹੜਾ ਉਹ ਤਾਂ ਸਰਕਾਰੀ ਡਿਪਾਰਟਮੈਂਟਸ ਦਾ ਖੜਾ ਹੋਇਆ, ਜਿਨ੍ਹਾਂ ਨੇ ਆਪਣੀਆਂ ਹਜੇ ਬਿੱਲ ਅਦਾਇਗੀਆਂ ਨਹੀਂ ਕੀਤੀਆਂ, ਕਈਆਂ ਦੇ ਬਿੱਲ ਇਸ ਤਰ੍ਹਾਂ ਖੜੇ ਆ। ਸੋ ਇਹਨਾਂ ਨੂੰ ਦੇਖਦੇ ਹੋਏ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਡੱਲਾ ਜੀ ਸਹਿਮਤ ਆ ਕਿ ਭਗਵੰਤ ਮਾਨ ਚਾਹੁੰਦੇ ਸੀ ਕਿ ਥੋੜਾ ਜਿਹਾ ਵਕਤ ਮਿਲ ਜਾਂਦਾ, ਵਕਤ ਮਿਲਣ ਦੇ ਨਾਲ ਸਾਰੇ ਜਿਹੜੇ ਇਕਨੋਮਿਕਸ ਹੈ, ਇਹਦੇ ਫਾਈਨੈਂਸਿਸ ਆ ਜਾਂ ਜੋ ਵੀ ਸਾਡੀ ਵਿੱਤੀ ਹਾਲਤ ਆ ਪਾਵਰ ਨੂੰ ਲੈ ਕੇ ਉਹ ਸਾਰੀ ਸਮਝ ਆ ਜਾਂਦੀ। ਤੁਸੀਂ ਦੇਖੋ ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹ ਕਿੰਨੀ ਇੰਪੋਰਟੈਂਟ ਹੈ ਇਸ ਸੰਦਰਭ ਦੇ ਵਿੱਚ, ਜਦੋਂ ਉਹਨਾਂ ਨੇ ਕਿਹਾ ਕਿ ਜਿਹੜੇ ਸਮਝੌਤੇ ਅੜਿੱਕੇ ਆ ਰਹੇ ਆ ਸਾਨੂੰ ਮੁਫਤ ਬਿਜਲੀ ਦੇਣ ਦੇ ਵਿੱਚ, ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਾਡੇ ਕੋਲ ਰਿਜ਼ਰਵਸ ਆ ਉਹ ਵੀ ਸਾਡੇ ਲਈ ਮੁਸ਼ਕਲਾਂ ਪੈਦਾ ਕਰ ਰਹੇ ਨੇ। ਜਦੋਂ ਇਹ ਸਾਰੀਆਂ ਚੀਜ਼ਾਂ ਮੁਸ਼ਕਲਾਂ ਪੈਦਾ ਕਰ ਰਹੀਆਂ ਨੇ ਤੇ ਫਿਰ ਆਰਾਮ ਦੇ ਨਾਲ ਸਥਿਤੀ ਨੂੰ ਜਿਹੜਾ ਸਮਝਿਆ ਜਾ ਸਕਦਾ ਸੀ, ਉਸ ਤੋਂ ਬਾਅਦ ਇਹ ਚੀਜ਼ਾਂ ਲਾਗੂ ਹੋ ਸਕਦੀਆਂ ਸੀ। ਪਰ ਤੁਹਾਡੀ ਗੱਲ ਬਿਲਕੁਲ ਠੀਕ ਆ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕਾਹਲੀ ਚ ਲੱਗਦੀ ਆ ਕਿ ਫਟਾਫਟ ਅਸੀਂ ਐਲਾਨ ਕਰ ਦਈਏ, ਫਿਰ ਅਸੀਂ ਇਸ਼ਤਿਹਾਰ ਦੇਈਏ, ਫਿਰ ਅਸੀਂ ਪ੍ਰੋਪੇਗੈਂਡਾ ਕਰੀਏ, ਫਿਰ ਇਸ ਪ੍ਰੋਪੇਗੈਂਡੇ ਨੂੰ ਅਸੀਂ ਬਾਕੀ ਸਟੇਟਸ ਦੇ ਵਿੱਚ ਚੋਣਾਂ ਜਿੱਤਣ ਲਈ ਕੈਸ਼ ਕਰੀਏ। ਜਿਹੜੀ ਤੁਸੀਂ ਗੱਲ ਕੀਤੀ ਆ, ਜੇ ਪੰਜਾਬ ਦੇ ਇਸ਼ਤਿਹਾਰ ਬਾਹਰਲੀਆਂ ਸਟੇਟਸ ਦੇ ਵਿੱਚ ਵਰਤੇ ਜਾ ਰਹੇ ਨੇ ਤੇ ਮੈਨੂੰ ਲੱਗਦਾ ਇਹ ਵਾਕਿਆ ਵੇਸਟੇਜ ਆਫ ਮਨੀ ਆ ਪੰਜਾਬ ਦੇ ਰਿਸੋਰਸਿਸ ਦੀ, ਔਰ ਕਿਹਦੇ ਕਹਿਣ ਤੇ ਕੀਤੇ ਜਾ ਰਹੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸਾਨੂੰ ਪਤਾ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਨੈਸ਼ਨਲ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ, ਪਰ ਜੇ ਪੰਜਾਬ ਦਾ ਖਜ਼ਾਨਾ ਉਹਨਾਂ ਤੇ ਲੁਟਾਇਆ ਜਾਊਗਾ, ਔਰ ਜਿਹੜੀ ਤੁਸੀਂ ਗੱਲ ਕਹੀ ਆ
ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ 3 ਲੱਖ ਕਰੋੜ 3 ਲੱਖ ਕਰੋੜ ਦਾ ਤਾਂ ਕਰਜ਼ਾ ਸਾਰਿਆਂ ਨੂੰ ਪਤਾ, ਪਰ ਕੀ ਤੁਸੀਂ ਉਹਦੇ ਵਿੱਚ ਜਿਹੜਾ ਅੱਗੇ ਕੰਟਰੀਬਿਊਟ ਕਰ ਰਹੇ ਹੋ ਉਹ ਕਿੱਥੇ ਜਾਏਗਾ, ਜਿਹੜਾ ਤੁਹਾਡਾ ਹੋਰ ਇਸ ਨੂੰ ਵਧਾ ਚੜਾ ਕੇ ਚਾਹੇ ਮੈਂ ਕਹਿੰਦਾ ਉਹ 10 ਕਰੋੜ ਦਾ ਹੋਵੇ 100 ਕਰੋੜ ਦਾ ਹੋਵੇ, ਪਰ ਇਹਦੇ ਨਾਲ ਪੰਜਾਬ ਦੀ ਸਥਿਤੀ ਹੈ ਜਿਹੜੀ ਉਹ ਹੋਰ ਨਾਜ਼ੁਕ ਹੁੰਦੀ ਹੈ, ਖਾਸ ਤੌਰ ਤੇ ਵਿੱਤੀ ਸਥਿਤੀ। ਜੀ ਡੱਲਾ ਜੀ। ਬਿਲਕੁਲ, ਦੇਖੋ ਇਹ ਹੁਣ ਤੁਰੰਤ ਜਾਂਚ ਦਾ ਵਿਸ਼ਾ ਤਾਂ ਬਣ ਗਿਆ, ਇਹਦੇ ਤੇ ਕਲੈਰਿਟੀ ਆਮ ਆਦਮੀ ਪਾਰਟੀ ਦੇ ਤਾਂ ਵਿਰੋਧੀਆਂ ਨੂੰ ਜਵਾਬ ਮਿਲੂਗਾ। ਦਲਜੀਤ ਚੀਮਾ ਨੇ ਬਿਆਨ ਦਿੱਤਾ ਹੈ, ਸੁਭਾਸ਼ ਸ਼ਰਮਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਲੀਡਰ ਨੇ, ਉਹਨਾਂ ਨੇ ਤਾਂ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਹੁਣ ਉਹਨਾਂ ਨੇ ਤਾਂ ਇਹ ਇੱਥੋਂ ਤੱਕ ਕਿਹਾ, ਅਸੀਂ ਤਾਂ ਸਿਰਫ ਗੁਜਰਾਤ ਦਾ ਔਰ ਹਿਮਾਚਲ ਦਾ ਨਾਂ ਲੈ ਰਹੇ ਹਾਂ, ਪਰ ਸੋਸ਼ਲ ਮੀਡੀਆ ਤੇ ਜਿਹੜੇ ਲੀਡਰ ਪੋਸਟਾਂ ਪਾ ਰਹੇ ਨੇ ਉਹ ਕਈ ਹੋਰ ਸੂਬਿਆਂ ਦਾ ਜ਼ਿਕਰ ਨਾਲ ਕਰ ਰਹੇ ਨੇ ਕਿ ਉੱਥੇ ਵੀ ਇਸ਼ਤਿਹਾਰਬਾਜ਼ੀ ਹੋ ਰਹੀ ਹੈ। ਪਰ ਇਹ ਕਿੰਨੀ ਜ਼ਰੂਰੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਖੈਰ, ਹੋ ਸਕਦਾ ਆਮ ਆਦਮੀ ਪਾਰਟੀ ਵੱਲੋਂ ਇਸ਼ਤਿਹਾਰ ਦਿੱਤੇ ਜਾਂਦੇ ਹੋਣ, ਅਗਰ ਪਾਰਟੀ ਵੱਲੋਂ ਦਿੱਤੇ ਜਾਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇਹਦੇ ਤੇ ਕਲੈਰਿਟੀ ਹੋਣੀ ਚਾਹੀਦੀ ਹੈ। ਪਰ ਇਹਦੇ ਨਾਲ ਨਾਲ ਮਨਪ੍ਰੀਤ ਜੀ ਜਿਹੜਾ ਵੱਡਾ ਸਵਾਲ ਹੈ, ਹੁਣ ਕਹਿੰਦੇ 3 ਲੱਖ ਕਰੋੜ ਦੀ ਅਸੀਂ ਜਾਂਚ ਕਰਾਵਾਂਗੇ। ਤੁਹਾਨੂੰ ਕੀ ਲੱਗਦਾ ਹੈ ਜਿਹੜਾ ਪਿਛਲਾ ਕਰਜ਼ਾ ਸੀ 3 ਲੱਖ ਕਰੋੜ ਦਾ, ਉਹਦੀ ਜਾਂਚ ਦਾ ਬਿਆਨ ਇਹ ਸਿਰਫ ਧਿਆਨ ਭਟਕਾਉਣ ਵਾਲੀ ਗੱਲ ਹੈ ਵੀ ਤੁਸੀਂ ਸਾਡੇ ਤੇ ਇਲਜ਼ਾਮ ਲਾ ਰਹੇ ਹੋ, ਅਸੀਂ ਤੁਹਾਡੀ ਜਾਂਚ ਕਰਾਵਾਂਗੇ, ਜਾਂ ਇਹ ਲੀਗਲ ਤੌਰ ਦੇ ਉੱਤੇ ਇਹ ਇੱਕ ਪ੍ਰੋਸੀਜਰ ਅਵੇਲੇਬਲ ਹੁੰਦਾ ਸਰਕਾਰ ਕੋਲ? ਦੇਖੋ ਡੱਲਾ ਜੀ, ਇਹ ਮੈਨੂੰ ਲੱਗਦਾ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਹੈ ਇਹ ਲਗਭਗ ਇੱਕ ਪੋਲੀਟੀਕਲ ਜਾਂ ਸਿਆਸੀ ਬਿਆਨ ਜ਼ਿਆਦਾ ਲੱਗਦਾ, ਕਿਉਂਕਿ ਤੁਸੀਂ ਕਿਸ ਹੱਦ ਤੱਕ ਪਿੱਛੇ ਜਾਓਗੇ, ਕਿਸ ਹੱਦ ਤੱਕ ਤੁਸੀਂ ਜਿਹੜੀ ਪੰਜਾਬ ਦੇ ਪਿਛੋਕੜ ਦੇ ਵਿੱਚ ਜਾਓਗੇ, ਸਾਰੀ ਹਿਸਟਰੀ ਦੇ ਵਿੱਚ ਜਾ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰੋਗੇ ਕਿ ਕਦੋਂ ਤੋਂ ਸਾਡਾ ਕਰਜ਼ਾ ਜਿਹੜਾ ਉਹ ਵਧਣਾ ਸ਼ੁਰੂ ਹੋਇਆ, ਕਿਉਂ ਵਧਣਾ ਸ਼ੁਰੂ। ਸਾਨੂੰ ਸਾਰਿਆਂ ਨੂੰ ਪਤਾ ਪੰਜਾਬ ਉਸ ਦੌਰ ਚੋਂ ਵੀ ਲੰਘ ਚੁੱਕਾ, ਲਗਭਗ 15 ਸਾਲ ਉਹ ਦੌਰ ਰਿਹਾ ਜਦੋਂ ਪੰਜਾਬ ਦੇ ਵਿੱਚ ਸੈਂਟਰਲ ਸਿਕਿਉਰਿਟੀ ਫੋਰਸਿਸ ਇੱਥੇ ਰਹੀਆਂ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਕੱਲੀਆਂ ਸਿਕਿਉਰਿਟੀ ਫੋਰਸਿਸ ਨਹੀਂ, ਇੱਥੋਂ ਤੱਕ ਕਿ ਆਰਮੀ ਦਾ ਵੀ ਜਮਾਵੜਾ ਰਿਹਾ, ਉਹਨਾਂ ਸਾਰੀਆਂ ਚੀਜ਼ਾਂ ਦਾ। ਅੱਛਾ, ਕੁਝ ਹੱਦ ਤੱਕ ਜਦੋਂ ਇੰਦਰ ਕੁਮਾਰ ਗੁਜਰਾਲ ਸੀ ਉਹ ਪੰਜਾਬ ਦਾ ਕਰਜ਼ਾ ਕੁਝ ਮਾਫ ਵੇਵ ਆਫ ਜ਼ਰੂਰ ਕਰਾ ਗਏ ਸੀ, ਪਰ ਲਾਰਜਲੀ ਜਿਹੜਾ ਪ੍ਰਿੰਸੀਪਲ ਅਮਾਉਂਟ ਸੀ ਜਾਂ ਉਸ ਤੇ ਜਿਹੜਾ ਇੰਟਰਸਟ ਆਉਣ ਵਾਲਾ ਸੀ ਉਹ ਲਗਭਗ ਖੜਾ ਰਿਹਾ। ਇਹ ਕਿਸੇ ਦਿਨ ਆਪਾਂ ਇਸ ਤੇ ਵੀ ਕਿਸੇ ਦਿਨ ਚਰਚਾ ਕਰ ਲਵਾਂਗੇ ਕਿ ਕਿੰਨਾ ਕੁ ਪਹਿਲਾਂ ਹੁੰਦਾ ਸੀ ਪੁਰਾਣੇ ਸਮੇਂ ਤੇ ਹੌਲੀ ਹੌਲੀ ਵਧਿਆ ਕਿਸ ਤਰ੍ਹਾਂ, ਕਿਹਦੇ ਟਾਈਮ ਤੇ ਜ਼ਿਆਦਾ ਵਧਿਆ ਤੇ ਕਿਹਦੇ ਟਾਈਮ ਤੇ ਇਹ ਜ਼ਿਆਦਾ ਨਹੀਂ ਵਧਿਆ, ਇਸ ਬਾਰੇ। ਪਰ ਇਹ ਮੈਨੂੰ ਗੱਲ ਲੱਗਦੀ ਹੈ ਕਿ ਜਿਹੜੇ ਭਗਵੰਤ ਮਾਨ ਦਾ ਇਹ ਜਿਹੜਾ ਬਿਆਨ ਆ ਉਹ ਸਿਆਸੀ ਜ਼ਿਆਦਾ, ਕਿਉਂਕਿ ਸਰਕਾਰਾਂ ਚੱਲਦੀਆਂ ਨੇ, ਸਰਕਾਰਾਂ ਦੀ ਹਰ ਇੱਕ ਪੈਸਾ ਜਿਹੜਾ ਉਹ ਖਰਚਿਆ ਜਾਂਦਾ ਉਹ ਅਕਾਊਂਟੇਬਲ ਹੁੰਦਾ, ਉਹਦਾ ਆਡਿਟ ਹੁੰਦਾ, ਉਸ ਦੀਆਂ ਜਿਹੜੀਆਂ ਬਾਅਦ ਦੇ ਵਿੱਚ ਜਿਹੜੀਆਂ ਕੰਟਰੋਲਰ ਆਡੀਟਰ ਜਨਰਲ ਆ ਪੰਜਾਬ ਦੇ ਆ ਜਿਹੜੇ, ਉਹ ਹਰ ਵਿਧਾਨ ਸਭਾ ਦੇ ਵਿੱਚ ਲੇਖਾ ਜੋਖਾ ਦੀਆਂ ਉਹਦੀਆਂ ਰਿਪੋਰਟਸ ਵੀ ਆਉਂਦੀਆਂ ਨੇ, ਉਹਦੇ ਵਿੱਚ ਇੱਥੋਂ ਤੱਕ ਵੀ ਆਉਂਦਾ ਵੀ ਕਿਹੜਾ ਪੈਸਾ ਜਿਹੜਾ ਉਹ ਠੀਕ ਨਹੀਂ ਖਰਚਿਆ ਗਿਆ। ਜਦੋਂ ਆਪਾਂ ਗੱਲ ਕਰਦੇ ਸੀ ਕਿ ਸੰਗਤ ਦਰਸ਼ਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਬਹੁਤ ਸਾਰੇ ਦੂਸਰੇ ਮਹਿਕਮਿਆਂ ਦੇ, ਜਿਸ ਤਰ੍ਹਾਂ RDF ਆ, ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਡਾਇਵਰਟ ਕਰਤਾ, ਉਹ ਵੀ ਇਹਨਾਂ ਰਿਪੋਰਟਸ ਦੇ ਜ਼ਰੀਏ ਸਾਨੂੰ ਪਤਾ ਲੱਗਿਆ। ਹੁਣ ਵੀ ਜਿਹੜਾ ਸੈਂਟਰ ਸਰਕਾਰ ਨੇ ਜਿਹੜਾ ਪਿਛਲੇ ਦਿਨਾਂ ਦੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ RDF ਦਾ ਪੈਸਾ ਉਧਰ ਜਿਹੜੇ ਕਿਸਾਨਾਂ ਦੇ ਲੋਨ ਮਾਫ ਕਰਨ ਤੇ ਲਾਤਾ, ਜਿਹੜਾ ਕਿ ਤੁਸੀਂ ਨਹੀਂ ਸੀ ਕਰ ਸਕਦੇ, ਇਸੇ ਕਰਕੇ ਤੁਹਾਨੂੰ ਜਿਹੜਾ ਪੰਜਾਬ ਰੂਰਲ ਡਿਵੈਲਪਮੈਂਟ ਐਕਟ ਆ 1987 ਦਾ ਉਹ 'ਚ ਸੋਧ ਕਰੋ। ਸੋ ਇਹ ਸਾਰੀਆਂ ਚੀਜ਼ਾਂ ਔਨ ਰੈਕਰਡ ਆ, ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਨੇ ਕਰਜ਼ਾ ਆਪਣੇ ਆਪ ਚੜਾਤਾ, ਕਿਉਂਕਿ ਸਾਰਾ ਕੁਝ ਆਡਿਟ ਹੁੰਦਾ, ਸਾਰਾ ਕੁਝ ਇਹਦੀਆਂ ਚੀਜ਼ਾਂ ਜਿਹੜੀ ਲੇਖਾ ਜੋਖਾ ਦੀਆਂ, ਸਾਡਾ ਇਕਨੋਮਿਕ ਸਰਵੇ ਵੀ ਛਪਦਾ, ਉਹਦੀ ਵੀ ਇੱਕ ਰਿਪੋਰਟ ਛਪਦੀ ਆ, ਉਹ ਸਾਰਾ ਕੁਝ ਆਉਂਦਾ। ਲੇਕਿਨ ਇਹ ਕਹਿ ਦੇਣਾ ਕਿ ਅਸੀਂ ਇਹਦਾ ਤਹਿਕੀਕਾਤ ਕਰਾਵਾਂਗੇ, ਹੁਣ ਤਹਿਕੀਕਾਤ ਕਰਾ ਕੇ ਕਿਸ ਨੂੰ ਟੰਗਣਾ ਜਾਂ ਕਿਸ ਨੂੰ ਪਨਿਸ਼ ਕਰਨਾ ਉਹ ਤਾਂ ਖੈਰ ਆ, ਹਾਂ ਤੁਸੀਂ ਪੋਲੀਟੀਕਲੀ ਜ਼ਰੂਰ ਬਲੇਮ ਕਰ ਸਕਦੇ ਹੋ ਕਿਸੇ ਖਾਸ ਸਰਕਾਰ ਨੂੰ, ਕਿਸੇ ਖਾਸ ਉਸ ਪੀਰੀਅਡ ਨੂੰ, ਕਿ ਇਸ ਪੀਰੀਅਡ ਦੌਰਾਨ ਜਿਹੜੇ ਸਰਕਾਰ ਨੇ ਆਸਟੈਰਿਟੀ ਮੇਜਰਸ ਨਹੀਂ ਲਿੱਤੇ ਜਾਂ ਆਪਣੇ ਜਿਵੇਂ ਖਰਚੇ ਉਹ ਘਟਾਏ ਨਹੀਂ, ਤੁਸੀਂ ਖਰਚੇ ਵਧਾਏ ਆ, ਲਗਜ਼ਰੀ ਤੁਸੀਂ ਆਈਟਮਸ ਬਹੁਤ ਲੈ ਲਈਆਂ ਜਾਂ ਕਿਸੇ ਖਾਸ ਚੀਜ਼ ਤੇ ਤੁਸੀਂ ਖਰਚਾ ਬਹੁਤ ਕਰਤਾ, ਇਨਵੈਸਟ, ਬਹੁਤ ਸਾਰੇ ਇਹਦੇ ਪਹਿਲੂ ਆ। ਜੀ ਜੀ। ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਗਰ ਇਹ ਗੱਲਾਂ ਬਾਹਰ ਵੀ ਆਉਂਦੀਆਂ ਨੇ ਕਿ ਕਰਜ਼ਾ ਕਦੋਂ ਵਧਣਾ ਸ਼ੁਰੂ ਹੋਇਆ, ਦੇਖੋ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਮੁਫਤ ਬਿਜਲੀ ਸਾਡੇ ਕਿਸਾਨਾਂ ਲਈ ਲਿਆਂਦੀ, ਉਹ ਸਾਰਾ ਬੋਝ ਸ਼ੁਰੂਆਤ ਦੇ ਵਿੱਚ ਖੇਤੀਬਾੜੀ ਸੈਕਟਰ ਦਾ ਉਹ ਪੰਜਾਬ ਦੇ ਖਜ਼ਾਨੇ ਤੇ ਪਿਆ, ਕਿਉਂਕਿ ਖੇਤੀਬਾੜੀ ਸੈਕਟਰ ਨੂੰ ਵੀ ਮੁਫਤ ਬਿਜਲੀ ਦੇਣੀ ਬਹੁਤ ਲਾਜ਼ਮੀ ਸੀ, ਅੱਜ ਤੱਕ ਜਾਰੀ ਆ ਉਹ। ਸੋ ਮੈਨੂੰ ਲੱਗਦਾ ਜਿਹੜੇ ਮੋٹے ਤੌਰ ਤੇ ਜਿਹੜੇ ਪੈਸੇ ਸੂਬੇ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਵਰਤੇ, ਉਹ ਜ਼ਰੂਰੀ ਵੀ ਸੀ ਉਹਨਾਂ ਵੇਲਿਆਂ ਦੇ ਵਿੱਚ, ਔਰ ਅਗਰ ਗੈਰ ਕਾਨੂੰਨੀ ਵਰਤੋਂ ਹੋਈ ਹੁੰਦੀ ਤੇ ਬਹੁਤ ਜ਼ਿਆਦਾ ਹੋ ਹੱਲਾ ਪੈਣਾ ਸੀ। ਸਾਡੇ ਦੇਸ਼ 'ਚ ਇੱਕ ਤੋਂ ਬਾਅਦ ਇੱਕ ਏਜੰਸੀਆਂ ਨੇ ਜਿਹੜੀਆਂ ਲਗਾਤਾਰ ਇਹਨਾਂ ਪੈਸਿਆਂ ਤੇ ਨਿਗਰਾਨੀ ਰੱਖਦੀਆਂ ਨੇ। ਹੁਣ ਅਸਲ 'ਚ ਮੈਨੂੰ ਇਹ ਲੱਗਦਾ ਕਿ ਜਦੋਂ ਵਿਰੋਧੀ ਧਿਰ 'ਚ ਸੀ ਆਮ ਆਦਮੀ ਪਾਰਟੀ, ਉਦੋਂ ਉਹਨਾਂ ਨੂੰ ਚੀਜ਼ਾਂ ਆਸਾਨ ਬਹੁਤ ਲੱਗਦੀਆਂ ਸੀ,
ਉਦੋਂ ਤਾਂ ਭਗਵੰਤ ਮਾਨ ਜੀ ਵੀ, ਉਦੋਂ ਤਾਂ ਅਮਨ ਅਰੋੜਾ ਜੀ ਵੀ, ਉਦੋਂ ਤਾਂ ਹਰਪਾਲ ਚੀਮਾ ਜੀ ਵੀ ਇਹ ਕਹਿੰਦੇ ਸੀ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਗਲਤ ਬਿਜਲੀ ਦੇ ਸਮਝੌਤੇ ਹੋ ਗਏ, ਸੁਖਬੀਰ ਬਾਦਲਾਂ ਤੇ ਕੇਸ ਦਰਜ ਕਰਨਾ ਚਾਹੀਦਾ ਹੈ। ਹੁਣ ਕਰ ਲਓ ਕੇਸ ਦਰਜ। ਹੁਣ ਭਗਵੰਤ ਮਾਨ ਜੀ ਸ਼ਾਮ ਨੂੰ ਕੇਸ ਦਰਜ ਕਰ ਸਕਦੇ ਨੇ, ਸੁਖਬੀਰ ਬਾਦਲ ਤੇ ਵੀ ਤੁਸੀਂ ਗਲਤ ਬਿਜਲੀ ਦੇ ਸਮਝੌਤੇ ਕੀਤੇ, ਕੌਣ ਰੋਕਦਾ? ਉਦੋਂ ਇਹ ਕਹਿੰਦੇ ਸੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਕੰਪਲੇਂਟ ਦਿੰਦੇ ਸੀ, ਹੁਣ ਤਾਂ ਸਾਧੂ ਸਿੰਘ ਧਰਮਸੋਤ ਦਾ ਵੀ ਬਿਆਨ ਆ ਗਿਆ ਵੀ ਮੈਂ ਹਰ ਤਰ੍ਹਾਂ ਦੀ ਜਾਂਚ ਨੂੰ ਤਿਆਰ ਹਾਂ। ਭਗਵੰਤ ਮਾਨ ਜੀ ਆਰਡਰ ਕਰੋ ਅੱਜ ਹੀ ਕਿ ਸਾਧੂ ਸਿੰਘ ਧਰਮਸੋਤ ਦਾ ਅਸੀਂ ਕੇਸ ਖੋਲ ਕੇ ਕੱਲ ਤੋਂ ਹੀ ਜਾਂਚ ਸ਼ੁਰੂ ਕਰਦੇ ਹਾਂ। ਫਿਰ ਬਿਆਨ ਬੜੇ ਚੱਲ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਦੇ ਵੀ ਕਿ ਸਾਡੇ ਕੋਲੇ ਕਈ ਲੀਡਰ ਆਏ ਕਰਪਸ਼ਨ ਦੇ ਆਫਰ ਲੈ ਕੇ। ਕੇਜਰੀਵਾਲ ਸਾਹਿਬ ਤੁਹਾਡੀ ਸਰਕਾਰ ਹੈ ਭਗਵੰਤ ਮਾਨ ਜੀ, ਜਿਹੜਾ ਮਾਫੀਆ ਤੁਹਾਡੇ ਕੋਲੇ ਆਇਆ, ਰਿਸ਼ਵਤ ਲੈ ਕੇ ਆਇਆ, ਰਿਸ਼ਵਤ ਦੀ ਪੇਸ਼ਕਸ਼ ਕੀਤੀ, ਜਿਨ੍ਹਾਂ ਨੇ ਭਗਵੰਤ ਮਾਨ ਜੀ ਨੂੰ ਕਿਹਾ ਵੀ ਤੁਸੀਂ ਸਾਡੀ ਪਾਰਟੀ ਚ ਆ ਜਾਓ, ਭਗਵੰਤ ਮਾਨ ਜੀ ਕਰੋ ਕੇਸ ਦਰਜ ਉਹਨਾਂ ਤੇ। ਇਹੀ ਤਾਂ ਅਸਲੀ ਚੀਜ਼ ਹੈ ਜਿਹਦਾ ਇੰਤਜ਼ਾਰ ਕਰ ਰਹੇ ਨੇ ਪੰਜਾਬੀ। ਅੱਜ ਤੱਕ ਤੁਸੀਂ ਦੱਸੋ ਕੋਈ ਵੱਡੀ ਮੱਛੀ ਡਰੱਗਸ ਮਾਫੀਏ ਦੀ ਕੇਸ ਦਰਜ ਕੀਤਾ? ਉਹ ਤਾਂ ਨਵਜੋਤ ਸਿੰਘ ਸਿੱਧੂ ਹੀ ਸੀ ਪਿਛਲੀ ਵਾਰੀ ਜਿਹੜਾ ਕੇਸ ਦਰਜ ਕਰਾ ਗਿਆ ਇੱਕ ਵੱਡੇ ਤੇ। ਜੇ ਨਾ ਹੋਇਆ ਹੁੰਦਾ ਸਿੱਧੂ ਤੋਂ ਮੈਨੂੰ ਲੱਗਦਾ ਹੁਣ ਵੀ ਨਹੀਂ ਸੀ ਹੋਣਾ। ਚਲੋ ਉਹ ਤਾਂ ਰੱਬ ਜਾਣਦਾ ਵੀ ਉਹ ਸੱਚਾ ਹੈ ਜਾਂ ਝੂਠਾ, ਉਹ ਤਾਂ ਅਦਾਲਤਾਂ ਤੈਅ ਕਰਨਗੀਆਂ। ਹਜੇ ਤਾਂ ਇਹ ਵੀ ਨਹੀਂ ਪਤਾ ਕਿ ਉਹ ਸੱਚਮੁੱਚ ਸਿੱਧੂ ਕਰਕੇ ਹੋਇਆ ਕੇਸ ਦਰਜ ਜਾਂ ਕਿਸੇ ਹੋਰ ਨੇ ਕਰਾਤਾ, ਉਹ ਵੀ ਇੱਕ ਵੱਖਰਾ ਵਿਸ਼ਾ ਹੈ। ਪਰ ਰੰਧਾਵਾ ਜੀ, ਮਾਈਨਿੰਗ ਮਾਫੀਆ ਦਾ ਕਿਹਨੂੰ ਨਹੀਂ ਪਤਾ? ਕੌਣ ਰੋਕ ਰਿਹਾ? ਭਗਵੰਤ ਮਾਨ ਜੀ ਤੁਸੀਂ 3 ਲੱਖ ਕਰੋੜ ਵਾਲੀ ਪੰਡ ਖੋਲ ਰਹੇ ਹੋ, ਜਿਹੜੇ ਤਾਜ਼ੇ ਨੇ, ਜਿਹੜੇ ਰੇਤਾ ਰੋਜ਼ ਸਾਡਾ ਲੁੱਟ ਕੇ ਖਾ ਗਏ ਆ ਪਿਛਲੇ 6-7 ਮਹੀਨਿਆਂ ਦੇ ਸਾਲ ਦੇ ਹੀ, ਦਿਓ ਇਹਨਾਂ ਦੇ ਪਰਚੇ ਕਰੋ ਅੰਦਰ। ਸ਼ਰਾਬ ਮਾਫੀਆ ਕਿੱਥੇ ਆ? ਕਰੋ ਅੰਦਰ ਸ਼ਰਾਬ ਮਾਫੀਆ। ਤੇ ਹੋਰ ਤਾਂ ਹੋਰ, ਸੋ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਜੀ ਤੁਸੀਂ ਹੁਣੀ ਆਰਡਰ ਕਰ ਸਕਦੇ ਹੋ। ਠੀਕ ਹੈ, ਤੁਹਾਡੇ ਤੇ ਜਿਹੜਾ ਸ਼ਰਾਬ ਦਾ ਇਲਜ਼ਾਮ ਲੱਗਿਆ, ਮੈਂ ਨਿੱਜੀ ਹਮਲਿਆਂ ਦੇ ਹੱਕ 'ਚ ਨਹੀਂ ਆ, ਮੈਂ ਉਹਦਾ ਵਿਰੋਧ ਕੀਤਾ ਵੀ ਨਹੀਂ, ਇਸ ਤਰ੍ਹਾਂ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਜਦ ਤੱਕ ਕੋਈ ਠੋਸ ਸਬੂਤ ਨਹੀਂ ਹੈ ਤੁਹਾਡੇ ਕੋਲੇ। ਪਰ ਭਗਵੰਤ ਮਾਨ ਜੀ ਰੇਤ ਮਾਫੀਆ, ਸ਼ਰਾਬ ਮਾਫੀਆ, ਇਹ ਤਾਂ ਸਾਰੇ ਸਬੂਤ ਪਏ ਨੇ। ਸਾਡੀਆਂ ਅਨਾਜ ਮੰਡੀਆਂ ਦੇ ਟੈਂਡਰ ਕਿਵੇਂ ਗਲਤ ਦਿੱਤੇ ਗਏ। ਤੁਸੀਂ 3 ਲੱਖ ਕਰੋੜ ਵਾਲੀ ਪੰਡ ਦਾ ਬਿਆਨ ਦਿੱਤਾ ਵੀ ਅਸੀਂ 3 ਲੱਖ ਕਰੋੜ ਦੀ ਪੰਡ ਖੋਲਾਂਗੇ। ਜਿਹੜੀਆਂ ਪੰਡਾਂ ਖੁੱਲੀਆਂ ਪਈਆਂ ਤੁਹਾਡੇ ਸਾਹਮਣੇ, ਰੇਤ ਮਾਫੀਆ, ਸ਼ਰਾਬ ਮਾਫੀਆ, ਅਨਾਜ ਮੰਡੀ ਮਾਫੀਆ, ਦਿਓ ਪਰਚੇ ਭਗਵੰਤ ਮਾਨ ਜੀ, ਕੌਣ ਰੋਕਦਾ? ਸੋ ਇਸੇ ਕਰਕੇ ਮੈਂ ਕਹਿ ਰਿਹਾ ਰੰਧਾਵਾ ਜੀ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਇਸ ਚੀਜ਼ ਤੋਂ ਹੁਣ ਬਚਣਾ ਚਾਹੁੰਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਇਸ ਟਾਈਮ ਬੜਾ ਜਿਹੜਾ ਅਹਿਮ ਮੁੱਦਾ ਉਹ ਹੈਗਾ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ। ਹਜੇ ਵੀ ਬਹੁਤ ਸਾਰੀਆਂ ਜਿਹੜੇ ਪੰਜਾਬ ਦੇ ਹਿੱਸਿਆਂ 'ਚੋਂ ਰਿਪੋਰਟਸ ਆ ਰਹੀਆਂ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਲਿਫਟ ਨਹੀਂ ਹੋ ਰਹੀਆਂ, ਉਹਨਾਂ ਨੂੰ ਖਰੀਦਿਆ ਨਹੀਂ ਜਾ ਰਿਹਾ। ਔਰ ਆਪਾਂ ਨੂੰ ਇਹ ਵੀ ਪਤਾ ਕਿ ਬਹੁਤ ਸਾਰੀਆਂ ਜਿਹੜੀਆਂ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਜਿਹੜੇ ਗੌਤਮ ਅਡਾਨੀ ਦੇ ਸਾਈਲੋਜ਼ ਲੱਗੇ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਵੀ ਜਿਹੜੀ FCI ਖਰੀਦ ਕਰ ਰਹੀ ਆ, ਪਰ ਇਹ ਨਹੀਂ ਹੈ ਕਿ ਉਹਨਾਂ ਦੀ ਟਰਾਲੀ ਅੰਦਰ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਉਹ ਚਲੀ ਜਾਂਦੀ ਹੈ ਅੰਦਰ, ਜਾਂ ਖਰੀਦ ਲਿਆ ਜਾਂਦਾ ਜਾਂ ਪੈਸੇ ਆ ਜਾਂਦੇ ਆ। ਜੇ ਉਹਨਾਂ ਨੂੰ ਦਾਣਾ ਮਾੜਾ ਲੱਗਦਾ ਤੇ ਉਹ ਵੀ ਮੋੜ ਦਿੱਤੀਆਂ ਜਾਂਦੀਆਂ। ਕੇਂਦਰ ਦੀ ਰਿਪੋਰਟ ਦਾ ਸਾਨੂੰ ਇੰਤਜ਼ਾਰ ਆ। ਲਿਫਟਿੰਗ ਹਜੇ ਪ੍ਰੋਪਰ ਹੋ ਨਹੀਂ ਰਹੀ। ਕੀ ਉਹ ਮਾਪਦੰਡ ਘੱਟ ਕਰਦੇ ਆ ਜਾਂ ਵਧਾਉਂਦੇ ਆ? ਇਹ ਸਾਰੀਆਂ ਚੀਜ਼ਾਂ ਦੇਖੋ। ਕੱਲ ਹੀ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ BKU ਦੇ ਲੀਡਰ ਨੇ ਉਹ ਮੁਲਾਕਾਤ ਕਰਕੇ ਆਏ ਨੇ। ਹੋਰ ਵੀ ਜਿਹੜੇ ਆਗੂ ਨੇ, ਡਾਕਟਰ ਦਰਸ਼ਨਪਾਲ ਵੀ ਜਾ ਕੇ ਆਏ ਆ ਉਹਨਾਂ ਕੋਲੇ। ਪੰਜਾਬ ਦੇ ਖੇਤੀਬਾੜੀ ਦੇ ਮਸਲੇ ਬਹੁਤ ਖੜੇ ਆ ਇਸ ਟਾਈਮ। ਤੁਸੀਂ ਦੇਖੋ ਨਾ, ਡੱਲਾ ਜੀ ਝਾੜ ਜਿਹੜਾ ਉਹ ਘਟ ਗਿਆ, ਪਤਾ ਇਹ ਲੱਗਾ, ਕੋਈ ਕਹਿੰਦਾ 8% ਘਟ ਗਿਆ, ਕੋਈ ਕਹਿੰਦਾ ਕਿ ਪਿਛਲੇ ਸਾਲ 1 ਹੈਕਟੇਅਰ ਦੇ ਵਿੱਚੋਂ ਜਿਸ ਤਰ੍ਹਾਂ 48 ਕੁਇੰਟਲ ਤੋਂ ਵੀ ਵੱਧ ਸੀ, ਕਹਿੰਦੇ ਇਸ ਵਾਰੀ 44 ਕੁਇੰਟਲ ਤੋਂ ਵੀ ਘਟ ਗਿਆ। 1 ਹੈਕਟੇਅਰ ਮਤਲਬ ਲਗਭਗ ਤੁਸੀਂ ਕਹਿ ਲਓ ਕਿ 2.5 ਏਕੜ। ਸੋ ਮੇਰਾ ਕਈ ਜਗ੍ਹਾ ਤੇ ਹੋਰ ਜ਼ਿਆਦਾ ਘਟ ਗਿਆ, ਕਈ ਜਗ੍ਹਾ ਤੇ 15 ਤੋਂ 20-25% ਦੇ ਕਰੀਬ ਵੀ ਘਟਿਆ। ਹਾਂ, ਹੁਣ ਤੁਸੀਂ ਦੇਖੋ ਕਿ ਤੁਸੀਂ ਉਹਨਾਂ ਨੂੰ ਮੁਆਵਜ਼ਾ ਦੇਣਾ, ਹਾਲਾਂਕਿ 500 ਰੁਪਏ ਪ੍ਰਤੀ ਕੁਇੰਟਲ ਦੀ ਵੀ ਮੁਆਵਜ਼ੇ ਦੀ ਗੱਲ ਹੋ ਰਹੀ ਹੈ। ਔਰ ਤੁਸੀਂ ਇਹ ਵੀ ਕਿਹਾ ਸੀ, ਮੈਨੂੰ ਯਾਦ ਆ, ਤੁਸੀਂ ਜਦੋਂ ਗੁਲਾਬੀ ਸੁੰਡੀ ਨੂੰ ਜਿਹੜਾ ਪਿੰਕ ਬੋਲਵਰਮ ਦਾ ਤੁਸੀਂ ਮੁਆਵਜ਼ਾ ਦੇ ਕੇ ਆਏ ਸੀ 101 ਕਰੋੜ ਰੁਪਈਆ, ਜਦੋਂ ਮਾਨਸਾ ਗਏ ਸੀ, ਉਦੋਂ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੈਚੁਰਲ ਕਲੈਮਿਟੀ ਦੇ ਨਾਲ ਕੋਈ ਖਰਾਬਾ ਹੋਊਗਾ ਤੇ ਗੋਦਾਵਰੀਆਂ ਦੀ ਵੀ ਲੋੜ ਨਹੀਂ, ਅਸੀਂ ਪਹਿਲਾਂ 20,000 ਰੁਪਇਆ ਤੁਹਾਡੇ ਖਾਤਿਆਂ 'ਚ ਪਾਵਾਂਗੇ, ਫਿਰ ਦੇਖਾਂਗੇ, ਫਿਰ ਅਸੀਂ ਸਰਵੇ ਕਰਵਾਵਾਂਗੇ। ਤੇ ਇਹ ਵੀ ਸਾਰੀ ਉਹਨਾਂ ਦਾ ਬਿਆਨ ਸੀ। ਹਾਂਜੀ, ਉਹਨਾਂ ਦੀ ਸਪੀਚ ਸੀ ਉੱਥੇ। ਉਹਨਾਂ ਨੇ ਦੁਬਾਰਾ ਸੁਣੂਗਾ, ਇਹ ਬਹੁਤ ਵੱਡੀ ਗੱਲ ਕਹੀ ਸੀ ਭਗਵੰਤ ਮਾਨ ਉਹਨਾਂ ਨੇ। ਇਹਦਾ ਮਤਲਬ ਹੈ ਕਿ ਇਹਦਾ ਮਤਲਬ ਹੈ ਕਿ ਫਿਰ 500 ਵਾਲੀ ਗੱਲ ਤਾਂ ਬੜੀ ਛੋਟੀ ਹੈ।
ਫਿਰ ਤਾਂ ਵੱਧ ਮੁਆਵਜ਼ਾ ਮਿਲਣਾ ਚਾਹੀਦਾ। ਤੁਸੀਂ ਦੇਖੋ ਉਸ ਟਾਈਮ ਉਹਨਾਂ ਨੇ ਜਦੋਂ ਕਿਹਾ ਸੀ, ਉਹ ਕਹਿੰਦੇ ਵੀ ਗਿਰਦਾਵਰੀਆਂ ਹੁੰਦੀਆਂ ਰਹਿਣਗੀਆਂ, ਸਰਵੇ ਹੁੰਦੇ ਰਹਿੰਦੇ ਆ, ਕਿਉਂਕਿ ਕਿਸਾਨਾਂ ਨੂੰ ਪੈਸੇ ਚਾਹੀਦੇ ਹੁੰਦੇ ਆ। ਆਉਣ ਵਾਲੇ ਦਿਨਾਂ 'ਚ ਅਸੀਂ ਕੋਈ ਇਸ ਤਰ੍ਹਾਂ ਦੀ ਪਾਲਿਸੀ ਬਣਾਵਾਂਗੇ ਕਿ ਬਾਅਦ 'ਚ ਹੋ ਜਾਣ ਸਰਵੇ, ਪਹਿਲਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਘੱਟੋ ਘੱਟ ਅਸੀਂ 20,000 ਰੁਪਇਆ ਪ੍ਰਤੀ ਏਕੜ ਪਾਵਾਂਗੇ, ਫਿਰ ਦੇਖਾਂਗੇ। ਕਹਿੰਦੇ ਇਹ ਗੱਲ ਉਹਨਾਂ ਨੇ ਐਲਾਨੀ ਸੀ। ਔਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ, ਲੰਬੀ ਮੁਕਤਸਰ ਦੇ ਵਿੱਚ ਕਿਸਾਨਾਂ ਦਾ ਤੇ ਜਿਹੜੇ ਰੈਵਨਿਊ ਅਫੀਸ਼ੀਅਲਸ ਦਾ ਟਕਰਾਅ ਵੀ ਹੋਇਆ ਸੀ। ਉਹ ਕਹਿ ਰਹੇ ਸੀ ਕਿ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਦਾ ਖਰਾਬਾ, ਮੁਆਵਜ਼ਾ ਠੀਕ ਨਹੀਂ ਮਿਲ ਰਿਹਾ। ਤੋਂ ਬਾਅਦ ਆਪਸ ਦੇ ਵਿੱਚ ਸੁਲਹ ਸਫਾਈ ਕਰਾਈ ਸੀ ਭਗਵੰਤ ਮਾਨ ਹੋਣਾ ਨੇ। ਉਹਨਾਂ ਦੇ ਨਾਲ ਰੈਵਨਿਊ ਅਫੀਸ਼ੀਅਲਸ ਨੇ ਵੀ ਆ ਕੇ ਮੀਟਿੰਗ ਕੀਤੀ ਸੀ ਤੇ ਕਿਸਾਨਾਂ ਨੇ ਵੀ ਮੀਟਿੰਗ ਕੀਤੀ ਸੀ। ਖੈਰ ਉਹ ਇੱਕ ਵੱਖਰਾ ਮਸਲਾ। ਮੇਰਾ ਇਹ ਕਹਿਣ ਦਾ ਮਤਲਬ ਸੀ ਡੱਲਾ ਜੀ, ਮੈਂ ਇਸ ਕਰਕੇ ਇਸ ਪੁਆਇੰਟ ਨੂੰ ਲੈ ਕੇ ਆ ਰਿਹਾ ਸੀ ਕਿ ਜਦੋਂ ਉਦੋਂ ਇਹ ਗੱਲ ਕਹੀ ਜਾ ਰਹੀ ਸੀ ਤੇ ਇਸ ਗੱਲ ਨੂੰ ਧਿਆਨ 'ਚ ਰੱਖਣਾ ਚਾਹੀਦਾ ਸੀ। ਹੁਣ ਗਰਮੀ ਪਹਿਲਾਂ ਆਉਣ ਕਰਕੇ, ਗਰਮੀ ਪਹਿਲਾਂ ਪੈਣ ਕਰਕੇ ਫਰਵਰੀ ਮਾਰਚ ਦੇ ਵਿੱਚ ਜਿਹੜਾ ਕਣਕ ਦਾ ਝਾੜ ਉਹਨਾਂ ਨਹੀਂ ਹੋ ਸਕਿਆ, ਯੀਲਡ ਉਨੀ ਨਹੀਂ ਹੋਈ। ਸੋ ਇਸ ਦਾ ਜਿਹੜਾ ਬਣਦਾ ਮੁਆਵਜ਼ਾ ਜਿਹੜੇ ਕਿਸਾਨ ਮੰਗ ਰਹੇ ਆ, ਉਹ ਪਤਾ ਨਹੀਂ ਹੁਣ ਸਰਕਾਰ ਕਿੰਨਾ ਤੈਅ ਕਰਦੀ ਹੈ ਜਾਂ ਨਹੀਂ ਕਰਦੀ, ਜਾਂ ਕੇਂਦਰ ਜਿਹੜੇ ਆਪਣੇ ਮਾਪਦੰਡ ਆ ਉਹ ਘਟਾਉਂਦਾ ਕਿ ਨਹੀਂ ਘਟਾਉਂਦਾ। ਲੇਕਿਨ ਕਿਸਾਨਾਂ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਇਹ ਕਨਫਿਊਜ਼ਨ ਬਹੁਤ ਪੈਦਾ ਹੋਈ ਆ। ਹਾਲਾਂਕਿ ਭਗਵੰਤ ਮਾਨ ਹੋਣਾ ਨੇ ਇਹ ਵੀ ਭਰੋਸਾ ਦਿੱਤਾ ਕਿ ਅਸੀਂ ਮੰਡੀਆਂ ਦੇ ਵਿੱਚੋਂ ਇੱਕ ਇੱਕ ਦਾਣਾ ਚੁੱਕਾਂਗੇ, ਪਰ ਨਾਲ ਦੀ ਨਾਲ ਜਿਸ ਤਰ੍ਹਾਂ ਲੋਕਾਂ ਦੀਆਂ ਮਜਬੂਰੀਆਂ ਬਣ ਗਈਆਂ ਨੇ ਕਿ ਤੁਸੀਂ ਜਾ ਕੇ ਪ੍ਰਾਈਵੇਟ ਸੈਲਰਸ ਨੂੰ, ਕਿਉਂਕਿ ਚਲੋ ਹੁਣ ਤਾਂ ਅੱਜ ਦੀ ਤਾਰੀਖ ਦੇ ਵਿੱਚ ਡੱਲਾ ਜੀ ਪ੍ਰਾਈਵੇਟ ਜਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਦੀ ਮੰਗ ਆ, ਕਿਉਂਕਿ ਰਸ਼ੀਆ ਤੇ ਯੂਕਰੇਨ ਦੀ ਵਾਰ ਚੱਲ ਰਹੀ ਹੈ। ਪਰ ਕੱਲ ਨੂੰ ਜੇ ਮੰਗ ਨਹੀਂ ਰਹਿੰਦੀ ਤੇ ਉਧਰੋਂ ਮੰਡੀਆਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਤੇ ਕਿਸਾਨ ਕਿੱਥੇ ਜਾਊਗਾ? ਇਹ ਸਾਰੀਆਂ ਚੀਜ਼ਾਂ ਵਿਚਾਰਨ ਦੀਆਂ ਨੇ। ਸੋ ਇਹ ਜਿਹੜੇ ਮੁੱਦੇ ਨੇ ਜ਼ਿਆਦਾ ਵੱਡੇ ਨੇ, ਬਜਾਏ ਕਿ ਜਿਹੜਾ 3 ਲੱਖ ਕਰੋੜ ਦੀ ਤੁਸੀਂ ਗੱਲ ਕਰਦੇ ਹੋ ਕਿ ਆਪਾਂ ਪਹਿਲਾਂ ਬਿਲਕੁਲ ਦੇਖੋ, ਇਹ ਨਹੀਂ ਆਪਾਂ ਕਹਿ ਰਹੇ, ਉਸ ਦਾ ਵੀ ਦੇਖੋ ਕਿ ਇਹ 3 ਲੱਖ ਕਰੋੜ ਜਿਹੜਾ ਕਰਜ਼ਾ ਉਹ ਚੜਿਆ, ਕਿਉਂਕਿ ਜਿਹੜੀ ਸਾਡੀ ਡੈਟ ਸਰਵਿਸਿੰਗ ਰੇਸ਼ੋ ਆ ਉਹ ਲਗਭਗ ਤੁਸੀਂ ਦੇਖੋ GDP ਦੀ 42% ਪਹੁੰਚ ਗਈ ਆ। ਜਿਹੜਾ ਸਾਡਾ ਸਾਰਾ ਹੀ ਜਿਹੜਾ ਇੰਟਰਸਟ ਜਿਹੜਾ ਹੈਗਾ, ਜਿਹੜਾ ਪੈਸਾ ਅਸੀਂ ਰੈਵਨਿਊ ਕਲੈਕਟ ਕਰਦੇ ਆ, ਉਹ ਤਾਂ ਸਾਡੀ ਡੈਟ ਸਰਵਿਸਿੰਗ ਚਲਾ ਜਾਂਦਾ, ਕਰਜ਼ੇ ਲਾਉਣ ਚ ਚਲਾ ਜਾਂਦਾ, ਸਾਡੇ ਕੋਲ ਰਹਿ ਕੀ ਜਾਂਦਾ। ਸੋ ਮੇਰਾ ਕਹਿਣ ਦਾ ਮਤਲਬ ਇਸ ਤੇ ਵੀ ਤੁਸੀਂ ਧਿਆਨ ਦਿਓ ਤਾਂ ਕਿ ਜਿਹੜੇ ਹੈ ਇਕਨੋਮੀ ਨੂੰ ਸੁਧਾਰਿਆ ਜਾ ਸਕੇ। ਪਰ ਨਾਲ ਦੀ ਨਾਲ ਬਹੁਤ ਕਰੰਟ ਮਸਲੇ ਨੇ, ਭਖਦੇ ਮਸਲੇ ਨੇ, ਜਿਨ੍ਹਾਂ ਦਾ ਇਮੀਡੀਏਟ ਜਿਹੜਾ ਸੋਲੂਸ਼ਨ ਹੋਣਾ ਜਾਂ ਹੱਲ ਹੋਣਾ ਬਹੁਤ ਲਾਜ਼ਮੀ ਆ। ਜੀ ਬਿਲਕੁਲ ਠੀਕ ਹੈ। ਔਰ ਇਹ ਜਿਹੜਾ 3 ਲੱਖ ਕਰੋੜ ਬਣਿਆ ਹੈ, ਇਹਦੇ ਵਿੱਚ ਸਰਕਾਰਾਂ ਦੀਆਂ ਕਈ ਅਜਿਹੀਆਂ ਆਦਤਾਂ ਵੀ ਸ਼ਾਮਲ ਨੇ, ਜਿਵੇਂ ਰੋਡ ਸ਼ੋਅ ਹੋਇਆ ਤੇ ਖਰਚਾ ਸਰਕਾਰੀ ਪੈ ਗਿਆ। ਦੇਖੋ ਆਮ ਆਦਮੀ ਪਾਰਟੀ ਦੇ ਸਮੇਂ 'ਚ ਹੀ ਰੋਡ ਸ਼ੋਅ ਹੋਇਆ ਨਾ, ਉਹ ਖਰਚਾ ਕੀ ਆਪ ਨੇ ਦਿੱਤਾ ਜਾਂ ਸਰਕਾਰੀ ਪਿਆ, ਸਵਾਲ ਇਹ ਵੱਡਾ ਹੈ। ਇਸ਼ਤਿਹਾਰਾਂ ਦੇ ਇਲਜ਼ਾਮ ਲੱਗੇ ਨੇ, ਇਹ ਕੋਈ ਛੋਟੇ ਇਲਜ਼ਾਮ ਨਹੀਂ ਆਮ ਆਦਮੀ ਪਾਰਟੀ ਤੇ ਲੱਗੇ। ਅਗਰ ਇਸ਼ਤਿਹਾਰੀ ਪੈਸਾ, ਕਹਿੰਦੇ ਟੈਲੀਵਿਜ਼ਨਾਂ 'ਚ ਵੀ ਬਾਹਰ ਇਸ਼ਤਿਹਾਰ ਚੱਲ ਰਹੇ ਨੇ, ਕੀ ਲੋੜ ਹੈ ਬਾਹਰ ਟੈਲੀਵਿਜ਼ਨਾਂ ਦੇ ਇਸ਼ਤਿਹਾਰਾਂ ਦੀ? ਇਹਦੇ ਤੇ ਕਲੈਰਿਟੀ ਦੇਣ। ਅਗਰ ਨਹੀਂ ਚੱਲ ਰਹੇ ਤੇ ਆਮ ਆਦਮੀ ਪਾਰਟੀ ਸਾਫ਼ ਕਰੇ। ਦੇਖੋ ਇਹੀ ਫਰਕ ਹੈ ਨਾ ਜੀ ਆਮ ਆਦਮੀ ਪਾਰਟੀ ਦੇ ਦੂਸਰਿਆਂ 'ਚ, ਕਿ ਆਮ ਆਦਮੀ ਪਾਰਟੀ ਤੋਂ ਅਸੀਂ ਆਸ ਕਰ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਸਾਨੂੰ ਦੱਸ ਦੂ, ਪਰ ਜੇ ਆਮ ਆਦਮੀ ਪਾਰਟੀ ਨੇ ਵੀ ਨਾ ਦੱਸਿਆ ਤੇ ਫਿਰ ਤਾਂ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਹੀ ਜਿਹੜਾ ਇੱਕ ਟੈਂਡੈਂਸੀ ਹੈ ਆਮ ਆਦਮੀ ਪਾਰਟੀ ਦੀ ਬਣ ਗਈ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਆਮ ਆਦਮੀ ਪਾਰਟੀ ਦੀ ਜਿਹੜੀ ਮੀਡੀਆ ਮੈਨੇਜਮੈਂਟ ਹੈ ਉਹ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਨਾਲੋਂ ਵੀ ਮਜ਼ਬੂਤ ਹੈ। ਵੀ ਹਜੇ ਤੱਕ ਰੰਧਾਵਾ ਜੀ ਬੀਜੇਪੀ ਨੂੰ ਹੀ ਮੰਨਿਆ ਜਾਂਦਾ ਸੀ ਕਿ ਬੀਜੇਪੀ ਦੀ ਮੀਡੀਆ ਮੈਨੇਜਮੈਂਟ ਬਹੁਤ ਸਟਰੋਂਗ ਹੈ, ਪਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਮੀਡੀਆ ਮੈਨੇਜਮੈਂਟ ਬੀਜੇਪੀ ਨਾਲੋਂ ਵੀ ਜ਼ਿਆਦਾ ਸਟਰੋਂਗ ਹੈ। ਔਰ ਮੀਡੀਆ ਦੇ ਜ਼ਰੀਏ ਇਸ ਤਰੀਕੇ ਦਾ ਮਾਹੌਲ ਆਮ ਆਦਮੀ ਪਾਰਟੀ ਵਾਲੇ ਵੀ ਬਣਾ ਦਿੰਦੇ ਨੇ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਅਗਲਾ ਬਿੱਲ ਆਊਗਾ ਤੁਹਾਡਾ ਉਹ ਜ਼ੀਰੋ ਹੀ ਆ ਜਾਣਾ, ਕਿਉਂਕਿ ਜਦੋਂ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਉਹਨਾਂ ਦੀਆਂ ਟੀਮਾਂ ਉਹ ਬਿੱਲ ਲਿਆਉਂਦੇ ਸੀ ਦਿੱਲੀੋਂ, ਹੁਣ ਪਤਾ ਲੱਗੂਗਾ ਵੀ 1 ਜੁਲਾਈ ਤੋਂ ਬਾਅਦ 1 ਜੁਲਾਈ ਔਰ ਅਗਸਤ ਸਤੰਬਰ 'ਚ ਬਿੱਲ ਆਊਗਾ ਨਾ ਜੀ। ਹੁਣ ਸਤੰਬਰ ਤੱਕ ਸਾਨੂੰ ਇੰਤਜ਼ਾਰ ਕਰਨਾ ਪਊਗਾ ਵੀ ਜ਼ੀਰੋ ਬਿੱਲ ਪੰਜਾਬ 'ਚ ਕਿੰਨੇ ਕੁ ਲੋਕਾਂ ਦੇ ਆਉਂਦੇ ਆ, ਕਿਉਂਕਿ ਉਦੋਂ ਬੜਾ ਕਿਹਾ ਗਿਆ ਕਿ ਜ਼ੀਰੋ ਬਿੱਲ ਆਉਂਦੇ ਨੇ ਜੀ। ਸੋ ਸਤੰਬਰ ਤੱਕ ਸਾਨੂੰ ਹੋਰ ਹਜੇ ਇੰਤਜ਼ਾਰ ਹੈ ਜਿਹੜਾ ਕਰਨਾ ਪਊਗਾ। ਹਾਂ, ਕੋਸ਼ਿਸ਼ਾਂ ਆਮ ਆਦਮੀ ਪਾਰਟੀ ਵਾਲੇ ਅਗਰ ਚੰਗੀਆਂ ਕਰਨਗੇ ਅਸੀਂ ਉਹਨਾਂ ਦੇ ਬਿਲਕੁਲ ਨਾਲ ਆ, ਪਰ ਅਗਰ ਜਿਹੜੇ ਇਲਜ਼ਾਮ ਲੱਗੇ ਨੇ ਇਸ਼ਤਿਹਾਰਾਂ ਦੇ, ਇਹਦੇ ਤੇ ਜ਼ਰੂਰ ਸਫਾਈ ਦੇਣੀ ਚਾਹੀਦੀ ਹੈ। ਦੁਰਵਰਤੋਂ ਪੰਜਾਬ ਦੇ ਪੈਸੇ ਦੀ ਇਸ਼ਤਿਹਾਰਾਂ ਤੇ ਨਹੀਂ ਹੋਣੀ ਚਾਹੀਦੀ। ਆਮ ਆਦਮੀ ਪਾਰਟੀ ਨੂੰ ਤਾਂ ਵੈਸੇ ਹੀ ਸਾਰਾ ਮੀਡੀਆ ਕਵਰੇਜ ਦਿੰਦਾ ਹੈ, ਭਗਵੰਤ ਮਾਨ ਨੂੰ, ਅਰਵਿੰਦ ਕੇਜਰੀਵਾਲ ਨੂੰ, ਇਹਨਾਂ ਨੂੰ ਪੈਸੇ ਖਰਚ ਕੇ ਇਸ਼ਤਿਹਾਰ ਦੇਣ ਦੀ ਲੋੜ ਨਹੀਂ, ਪ੍ਰੈਸ ਕਾਨਫਰੰਸ ਕਰ ਲਿਆ ਕਰਨ। ਹੁਣ ਮੈਂ ਰੰਧਾਵਾ ਜੀ ਤੁਹਾਨੂੰ ਗੱਲ ਕਰਦਾ, ਲੋਕ ਕਈ ਕਹਿਣਗੇ ਫਿਰ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਛੇੜ ਲਿਆ। ਤੁਸੀਂ ਦੱਸੋ ਕਦੀ ਨਵਜੋਤ ਸਿੰਘ ਸਿੱਧੂ ਨੇ ਪੈਸੇ ਦੇ ਕੇ ਇਸ਼ਤਿਹਾਰ ਛਾਪਿਆ ਹੋਵੇ? ਮੈਨੂੰ ਨਹੀਂ ਲੱਗਦਾ ਕਿ ਕਦੀ ਨਵਜੋਤ ਸਿੰਘ ਸਿੱਧੂ ਦਾ ਤੁਸੀਂ ਪੈਸੇ ਦੇ ਕੇ ਇਸ਼ਤਿਹਾਰ ਛਪਿਆ ਦੇਖਿਆ ਹੋਵੇ ਅਖਬਾਰਾਂ ਦੇ ਵਿੱਚ। ਕਿਸੇ ਹੋਰ ਨੇ ਲਵਾਤਾ ਹੋਵੇ, ਆਪਣੀ ਸ਼ਰਧਾ ਨਾਲ ਲਵਾਤਾ ਹੋਵੇ, ਗੱਲ ਵੱਖਰੀ ਹੈ। ਨਹੀਂ ਡੱਲਾ ਜੀ, ਉਹ ਤਾਂ
ਉਹ ਤੇ ਇੱਕ ਗੱਲ ਕਹਿਣਾ ਚਾਹੁੰਦਾ, ਕਿਉਂਕਿ ਉਹ ਜਿਨ੍ਹਾਂ ਦਾ ਉਹਨਾਂ ਦਾ ਸੈਲੀਬ੍ਰਿਟੀ ਸਟੇਟਸ ਆ, ਉਹ ਤਾਂ ਆਪ ਚੱਲਦਾ ਫਿਰਦਾ ਇਸ਼ਤਿਹਾਰ ਆ, ਉਹਨਾਂ ਨਹੀਂ ਨੂੰ ਦੇਖੋ, ਲੋੜ ਉਹੀ ਨਹੀਂ। ਉਹ ਕੇਜਰੀਵਾਲ ਦਾ ਵੀ ਉਨਾ ਹੀ ਹੈ, ਭਗਵੰਤ ਮਾਨ ਦਾ ਵੀ ਉਨਾ ਹੀ ਹੈ। ਦੇਖੋ ਭਗਵੰਤ ਮਾਨ ਨੂੰ ਕਿੰਨਾ ਸਤਿਕਾਰ ਦਿੰਦੇ ਨੇ ਸਾਡੇ ਪੰਜਾਬੀ। ਸੋ ਜੀ ਜੀ ਜੀ। ਭਗਵੰਤ ਮਾਨ ਅਗਰ ਪ੍ਰੈਸ ਕਾਨਫਰੰਸ ਕਰਨ ਤਾਂ ਸਾਰਾ ਟੈਲੀਵਿਜ਼ਨ, ਸਾਰੇ ਅਖਬਾਰ ਉਹਨੂੰ ਬਕਾਇਦਾ ਕਵਰ ਕਰਦੇ ਨੇ, ਔਰ ਅਰਵਿੰਦ ਕੇਜਰੀਵਾਲ ਨੂੰ ਵੀ ਕਵਰ ਕਰਦੇ ਨੇ। ਖੈਰ, ਹੁਣ ਇੰਤਜ਼ਾਰ ਰਹੂਗਾ ਆਮ ਆਦਮੀ ਪਾਰਟੀ ਦਾ ਪੱਖ ਕੀ ਆਉਂਦਾ, ਔਰ ਜਿਹੜਾ 3 ਲੱਖ ਕਰੋੜ ਦੀ ਜਾਂਚ ਦਾ ਮਸਲਾ ਹੈ, ਜ਼ਰੂਰ ਇਹ ਜਾਂਚ ਰੰਭੋ, ਪਰ ਤੁਰੰਤ ਮਾਫੀਆ ਦੇ ਖਿਲਾਫ ਜਾਂਚ ਰੰਭੋ। ਪੰਜਾਬ 'ਚ ਮਾਈਨਿੰਗ ਕਿਹਨੇ ਖਾਧੀ ਪਿਛਲੇ ਸਮਿਆਂ 'ਚ? ਸਾਧੂ ਸਿੰਘ ਧਰਮਸੋਤ ਤੇ ਤੁਸੀਂ ਐਡੇ ਐਡੇ ਇਲਜ਼ਾਮ ਲਾਏ, ਜਾਂਚ ਆਰੰਭੋ ਤੁਰੰਤ। ਸਾਧੂ ਸਿੰਘ ਧਰਮਸੋਤ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਬਿਜਲੀ ਦੇ ਸਮਝੌਤੇ ਤੁਸੀਂ ਕਹਿੰਦੇ ਸੀ ਰੱਦ ਕਰੋ, ਇਹਨਾਂ ਤੇ ਕੇਸ ਦਰਜ ਕਰੋ। ਹੁਣ ਬਿਜਲੀ ਦੇ ਸਮਝੌਤਿਆਂ ਤੇ ਸ਼ਾਂਤ ਕਿਉਂ ਹੈ ਆਮ ਆਦਮੀ ਪਾਰਟੀ? ਇਹਦੇ ਤੇ ਤਾਂ ਕੋਈ ਟਾਈਮ ਨਹੀਂ ਚਾਹੀਦਾ। ਨਾ ਮਾਈਨਿੰਗ ਮਾਫੀਆ ਫੜਨ 'ਚ ਟਾਈਮ ਚਾਹੀਦਾ, ਨਾ ਸ਼ਰਾਬ ਮਾਫੀਆ ਕਾਬੂ ਕਰਨ 'ਚ ਟਾਈਮ ਚਾਹੀਦਾ, ਨਾ ਰੇਤ ਮਾਫੀਆ ਕਾਬੂ ਕਰਨ 'ਚ ਟਾਈਮ ਚਾਹੀਦਾ, ਨਾ ਮੰਡੀ ਅਨਾਜ ਮੰਡੀ ਦਾ ਮਾਫੀਆ ਕਾਬੂ ਕਰਨ 'ਚ ਕੋਈ ਟਾਈਮ ਚਾਹੀਦਾ, ਨਾ ਇਸ਼ਤਿਹਾਰਾਂ ਦੇ ਬੋਰਡ ਜਿਹੜੇ ਪੰਜਾਬ 'ਚ ਲੱਗੇ ਹੋਏ ਨੇ ਥਾਂ ਥਾਂ, ਨਾ ਟਰਾਂਸਪੋਰਟ ਮਾਫੀਆ ਫੜਨ 'ਚ, ਨਾ ਇਸ਼ਤਿਹਾਰਾਂ ਦਾ ਮਾਫੀਆ ਫੜਨ 'ਚ ਕੋਈ ਟਾਈਮ ਚਾਹੀਦਾ। ਮਾਫੀਆ ਨੂੰ ਫੜਨ ਲਈ ਕੋਈ ਕੀ ਟਾਈਮ ਚਾਹੀਦਾ? ਇਸ ਕਰਕੇ ਇਹ ਤਾਂ ਤੁਰੰਤ ਕੀਤਾ ਜਾ ਸਕਦਾ, ਕਰਨਾ ਚਾਹੀਦਾ। ਆਸ ਕਰਾਂਗੇ ਕਿ ਭਗਵੰਤ ਮਾਨ ਜੀ ਜ਼ਰੂਰ ਮਾਫੀਏ ਤੇ ਨੱਥ ਪਾਉਣ ਵਾਲੇ ਪਾਸੇ ਵੀ ਕਾਰਵਾਈ ਕਰਨਗੇ, ਔਰ ਜ਼ਰੂਰ ਦੇਖਾਂਗੇ ਆਉਂਦੇ ਦਿਨਾਂ 'ਚ, ਤੇ ਬੜੀ ਖੁਸ਼ੀ ਹੋਏਗੀ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਰੰਧਾਵਾ ਜੀ। ਬਾਕੀ ਤੁਸੀਂ ਅਖੀਰ 'ਚ ਕੋਈ ਕਲੋਜ਼ਿੰਗ ਕਮੈਂਟ ਦੇਣਾ ਚਾਹੋ ਤੇ ਜ਼ਰੂਰ ਤੁਹਾਡਾ ਸਵਾਗਤ ਹੈ। ਨਹੀਂ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੀ। ਇਹ ਚੀਜ਼ਾਂ ਤੇ ਫੋਕਸ ਹੋਣਾ ਚਾਹੀਦਾ, ਔਰ ਇਹਦੇ ਲਈ ਜਿਹੜੇ ਤੁਹਾਡੇ ਆਪਣੀ ਐਡਮਿਨਿਸਟ੍ਰੇਸ਼ਨ ਨੂੰ, ਆਪਣੇ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਦੀ ਲੋੜ ਆ। ਜਦੋਂ ਤੁਸੀਂ ਉਹਨਾਂ ਤੋਂ ਅਕਾਊਂਟੇਬਲ ਬਣਾ ਲਓਗੇ, ਉਹਨਾਂ ਨੂੰ ਕੰਮ ਕਰਨ ਦਓਗੇ ਔਰ ਖੁੱਲੇ ਹੱਥ ਦਓਗੇ, ਉਹਨਾਂ ਦੇ ਹੱਥ ਨਹੀਂ ਬੰਨੋਗੇ, ਤੇ ਫਿਰ ਇਹਨਾਂ ਚੀਜ਼ਾਂ ਦੇ ਵੀ ਨਤੀਜੇ ਜਿਹੜੇ ਆ ਉਹ ਸਾਨੂੰ ਬਹੁਤ ਜਲਦੀ ਦੇਖਣ ਨੂੰ ਮਿਲਣਗੇ। ਜੀ ਡੱਲਾ ਜੀ। ਬਿਲਕੁਲ ਜੀ, ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਤੁਸੀਂ ਵਕਤ ਕੱਢਿਆ। ਆਮ ਆਦਮੀ ਪਾਰਟੀ ਵੀ ਕੋਈ ਆਪਣਾ ਪੱਖ ਰੱਖਣਾ ਚਾਹਵੇ, ਜਾਂ ਕੋਈ ਵੀ ਧਿਰ ਆਪਣਾ ਕੋਈ ਪੱਖ ਰੱਖਣਾ ਚਾਹਵੇ, ਤੇ ਖੁੱਲਾ ਸਵਾਗਤ ਹੈ ਸਾਡੇ ਵੱਲੋਂ। ਜ਼ਰੂਰ ਅਸੀਂ ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਭਾਵਨਾ ਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਕਰਾਂਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਡੱਲਾ ਜੀ।